सीएम ये गल कहते हैं कि असीं अध्यापकों नूं कच्चियां नूं भी पक्के कर रहे हैं, पर इत्थे कहते हैं कि सानूं पक्कियां नूं भी कालेज दे विचों बाहर कर दिता गया। सानूं अचनचेत ही बिना कोई इस तो पहले नोट्स दित्तियां सानूं एक रिलीविंग लैटर दे दी गई, जिहदा कोई ठोस बहाना नहीं है। इन्होंने ये कहा कि कॉलेज वर्कलोड नहीं है। बहुत वड्डा नैक्सस बनया होया इनू तबाह करन दे लई। ਉਹਦੇ ਵਿੱਚ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਵੀ ਸ਼ਾਮਲ ਨੇ, ਉਹਦੇ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਕਾਲਜਾਂ ਦੀਆਂ ਜਿਹੜੀਆਂ ਮੈਨੇਜਮੈਂਟਾਂ ਨੇ ਉਹ ਵੀ ਸ਼ਾਮਲ ਨੇ। ਜਦੋਂ ਅਸੀਂ ਅਪਾਇੰਟ ਹੋਏ ਸੀ ਕਾਲਜ ਨੇ ਪੇਪਰ 'ਚ ਐਡ ਦਿੱਤੀ ਸੀ, ਉੱਥੇ ਉਹਨਾਂ ਨੇ ਪਰਮਾਨੈਂਟ ਪੋਸਟ ਇਨ ਦਾ ਸਬਜੈਕਟ ਆਫ ਪੰਜਾਬੀ ਲਿਖਿਆ ਸੀਗਾ। ਜਿਹੜੀ ਇਹ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਵੀ ਜਦੋਂ ਤੁਸੀਂ ਕੋਈ ਕੋਰਸ ਬੰਦ ਕਰਨਾ, ਟੀਚਰ ਕੱਢਣਾ, ਫਸਟਲੀ ਯੂ ਵਿਲ ਹੈਵ ਟੂ ਟੇਕ ਪਰਮਿਸ਼ਨ ਫਰੋਮ ਦਾ ਯੂਨੀਵਰਸਿਟੀ। ਤੁਹਾਨੂੰ ਯੂਨੀਵਰਸਿਟੀ ਤੋਂ ਪਰਮਿਸ਼ਨ ਲੈਣੀ ਪੈਣੀ ਹੈ। ਤੁਹਾਨੂੰ 95% ਗ੍ਰਾਂਟ ਕੌਣ ਦਿੰਦੀ ਹੈ? ਸਰਕਾਰ ਦਿੰਦੀ ਹੈ। ਇਹ ਕੋਈ 2-3 ਟੀਚਰ ਨਹੀਂ ਕੱਢੇ ਉਹਨਾਂ ਨੇ, ਇਹ ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜਾਂ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹਨਾਂ ਤਿੰਨਾਂ ਪ੍ਰੋਫੈਸਰ ਨੂੰ ਕੋਈ ਨਹੀਂ ਕੱਢਿਆ ਨਹੀਂ ਗਿਆ। ਨਾ ਤੁਸੀਂ ਯੂਨੀਵਰਸਿਟੀ ਤੋਂ ਪਰਮਿਸ਼ਨ ਲੈਂਦੇ ਹੋ, ਨਾ ਤੁਸੀਂ ਡੀਐਚਈ ਤੋਂ ਪਰਮਿਸ਼ਨ ਲੈਂਦੇ ਹੋ। ਤੁਸੀਂ ਕੌਣ ਹੋ? ਗੁੰਡਾਗਰਦੀ ਹੈ ਤੁਹਾਡੀ। ਅਸੀਂ ਇਹ ਪਤਾ ਕਰਨਾ ਵੀ ਉਹ ਕੌਣ ਹੈ। ਐਸਪੀ ਆਨੰਦ ਚਪੜਾਸੀ ਹੈ, ਮਾਲੀ ਹੈ, ਕਿਉਂਕਿ ਇਹ ਤਾਂ ਪੋਸਟਾਂ ਹੁੰਦੀਆਂ ਨੇ ਕਾਲਜ ਦੇ ਵਿੱਚ। ਅਧਿਆਪਕ ਦੀ ਪੋਸਟ ਹੈ, ਸੁਪਰਡੈਂਟ ਦੀ ਪੋਸਟ ਹੈ, ਕਲਰਕ ਦੀ ਪੋਸਟ ਹੈ, ਡਾਇਰੈਕਟਰ ਦੀ ਕੋਈ ਪੋਸਟ ਹੀ ਹੈ ਨਹੀਂ। ਮੈਨੂੰ ਤਾਂ ਲੱਗਦਾ ਕੋਈ ਗੁੰਡਾ ਵਾੜ ਲਿਆ ਮੈਨੇਜਮੈਂਟ ਨੇ ਅੰਦਰ, ਜਿਹੜਾ ਮਨਮਰਜ਼ੀਆਂ ਕਰ ਰਿਹਾ। ਜਦੋਂ ਇਹ ਟੀਚਰ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਉਹ ਜਿਹੜਾ ਐਸਪੀ ਆਨੰਦ ਹੈ ਉਹ ਕਹਿੰਦਾ ਅਸੀਂ ਨਹੀਂ ਜੀ ਯੂਨੀਵਰਸਿਟੀ ਨੂੰ ਮੰਨਦੇ। ਕਹਿੰਦਾ ਯੂਨੀਵਰਸਿਟੀ ਕੌਣ ਹੁੰਦੀ ਹੈ? ਵਿਦਿਆਰਥੀ ਹੋਣਗੇ, ਫੀਸਾਂ ਆਉਣਗੀਆਂ, ਉਹਨਾਂ ਦੀਆਂ ਫੀਸਾਂ ਤੋਂ ਖਰਚਾ ਚੱਲੇਗਾ। ਤੁਸੀਂ ਹੈਰਾਨ ਹੋਵੋਗੇ ਮੈਨੇਜਮੈਂਟਾਂ ਦੀ ਗੁੰਡਾਗਰਦੀ। ਇਹਨਾਂ ਨੇ ਲੁਧਿਆਣੇ ਦੇ ਖਾਲਸਾ ਕਾਲਜ 'ਚ ਮੀਟਿੰਗ ਕੀਤੀ, ਸਾਰੇ ਅਖਬਾਰਾਂ 'ਚ ਆਇਆ ਪੰਜਾਬ। ਇਹ ਕਹਿੰਦੇ ਜੀ ਉਹ ਵੜ ਕੇ ਦਿਖਾਣ 136 ਨੁਮਾਇੰਦੇ, ਅਸੀਂ ਵੜ ਨਹੀਂ ਦੇਣੇ। ਮੈਂ ਹਰਜੋਤ ਬੈਂਸ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਹ ਕਹਿੰਦੀਆਂ ਨੇ ਮੈਨੇਜਮੈਂਟਾਂ, ਵੜ ਕੇ ਦਿਖਾਣ ਸਰਕਾਰ ਨੂੰ ਕਹਿ ਰਹੇ ਆ ਜਿਹਦੇ ਕੋਲ 95 ਰੁਪਏ ਲੈ ਰਹੇ। ਇਹਨਾਂ ਦਾ ਕੱਢਣ ਦਾ ਕੋਈ ਮਤਲਬ ਨਹੀਂ ਹੈ। ਇਹਨਾਂ ਦੀ ਪੋਸਟਾਂ ਸਰਪਲਸ ਹੋ ਗਈਆਂ, ਵਰਕਲੋਡ ਖਤਮ ਹੋ ਗਏ, ਵਿਦਿਆਰਥੀ ਬਿਲਕੁਲ ਨਹੀਂ ਇਹਨਾਂ ਦੀਆਂ ਕਲਾਸਾਂ। ਇੱਕ ਪ੍ਰੋਫੈਸਰ ਨੂੰ 13-14 ਸਾਲ ਕੰਮ ਕਰਦੇ ਹੋ ਗਏ ਤੇ ਵਨ ਫਾਈਨ ਮਾਰਨਿੰਗ ਇਫ ਯੂ ਵਿਲ ਸੇ ਕਿ ਜੀ ਤੈਨੂੰ ਕੱਢ ਦਿੱਤਾ, ਤੇ ਉਹ ਤਾਂ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ। ਉਹ ਡਿਪਰੈਸ਼ਨ 'ਚ ਚਲੇ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਉਹਨਾਂ ਨੇ ਫਿਰ ਲੱਗਿਆ ਕਿ ਮੈਂ ਤਾਂ ਵੀ ਹੁਣ ਮੇਰਾ ਸਭ ਕੁਝ ਖਤਮ ਹੈ। ਔਰ ਉਹਨਾਂ ਦੇ ਹਸਬੈਂਡ ਵੀ ਇੱਥੇ ਹੀ ਪ੍ਰੋਫੈਸਰ ਨੇ। ਤਾਂ ਉਹ ਪ੍ਰੋਫੈਸਰ ਦਾ ਮੈਨੂੰ ਫੋਨ ਆਇਆ ਕਿ ਮੈਡਮ ਨੇ ਇੱਦਾਂ ਗੋਲੀਆਂ ਖਾ ਲਈਆਂ ਨੇ। ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਨੂੰ ਚਿੱਠੀ ਪਾਈ ਹੈ, ਸਾਡੇ ਕੋਲ ਚਿੱਠੀ ਹੈ, ਮੇਲ ਹੋਈ ਹੈ ਕਿ ਜੀ ਮੈਂ ਸੁਸਾਈਡ ਕਮਿਟ ਕਰ ਲੈਣਾ, ਪੰਜਾਬ 'ਚ ਹਾਇਰ ਐਜੂਕੇਸ਼ਨ ਦਾ ਬੇੜਾ ਗਰਕ ਹੋ ਜਾਏ। ਔਰ ਉਸ ਤੋਂ ਬਾਅਦ ਫਿਰ ਮੈਡਮ ਨੇ ਗੋਲੀਆਂ ਖਾ ਲਈਆਂ। ਇੱਕ ਪਾਸੇ ਸਰਕਾਰ ਅਧਿਆਪਕਾਂ ਨੂੰ ਪੱਕਾ ਕਰਨ ਦੀਆਂ ਗੱਲਾਂ ਕਹਿ ਰਹੀ ਹੈ, ਔਰ ਦੂਜੇ ਪਾਸੇ ਫਿਰੋਜ਼ਪੁਰ ਦੇ ਨਾਮੀ ਕਾਲਜ ਦੇ ਅਧਿਆਪਕਾਂ ਨੂੰ ਬਾਹਰ ਕੱਢ ਦਿੱਤਾ ਗਿਆ। 3 ਅਧਿਆਪਕ ਨੇ ਜਿਨ੍ਹਾਂ ਨੂੰ ਕਾਲਜ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਸਾਹਮਣੇ ਆ ਰਹੀ ਹੈ, ਔਰ ਇਹਨਾਂ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਬੈਨਰ ਲਾ ਕੇ ਇਸ ਜਗ੍ਹਾ ਤੇ ਪੱਕਾ ਮੋਰਚਾ ਰੱਖ ਲਿਆ ਹੈ। ਦਿਨ ਰਾਤ ਕਹਿੰਦੇ ਬੈਠਾਂਗੇ, ਕਹਿੰਦੇ ਸਾਡੇ ਨਾਲ ਧੱਕਾ ਹੋਇਆ ਹੈ। ਪਹਿਲਾਂ ਪੂਰੀ ਜਾਣਕਾਰੀ ਲਵਾਂਗੇ ਕਿ ਇਹਨਾਂ ਨਾਲ ਕੀ ਧੱਕਾ ਹੋਇਆ ਹੈ, ਕਿਉਂ ਇਹਨਾਂ ਨੂੰ ਕਾਲਜ ਦੇ ਵਿੱਚੋਂ ਬਾਹਰ ਕੱਢਿਆ ਹੈ। ਸੀਐਮ ਇਹ ਗੱਲ ਕਹਿੰਦੇ ਨੇ ਕਿ ਅਸੀਂ ਅਧਿਆਪਕਾਂ ਨੂੰ ਕੱਚਿਆਂ ਨੂੰ ਵੀ ਪੱਕੇ ਕਰ ਰਹੇ ਹਾਂ, ਪਰ ਇੱਥੇ ਕਹਿੰਦੇ ਆ ਕਿ ਸਾਨੂੰ ਪੱਕਿਆਂ ਨੂੰ ਵੀ ਕਾਲਜ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪੂਰੀ ਜਾਣਕਾਰੀ ਲੈ ਲੈਂਦੇ ਹਾਂ। ਬਾਈ ਜੀ, ਕੀ ਨਾਮ ਆ ਤੁਹਾਡਾ ਤੇ ਕਿਉਂ ਤੁਹਾਨੂੰ ਕਾਲਜ ਚੋਂ ਬਾਹਰ ਕੱਢਿਆ? ਸਰ, ਮੇਰਾ ਨਾਮ ਪ੍ਰੋਫੈਸਰ ਕੁਲਦੀਪ ਸਿੰਘ ਹੈ। ਮੈਂ ਮੁਖੀ ਪੰਜਾਬੀ ਵਿਭਾਗ ਆਰਐਸਡੀ ਕਾਲਜ 'ਚ ਪਿਛਲੇ 13 ਸਾਲ ਤੋਂ ਪਰਮਾਨੈਂਟ ਜੌਬ ਤੇ ਕੰਮ ਕਰ ਰਿਹਾ ਸੀ। ਤੇ 31 ਜੁਲਾਈ ਨੂੰ ਸਾਨੂੰ ਅਚਨਚੇਤ ਹੀ ਬਿਨਾਂ ਕੋਈ ਇਸ ਤੋਂ ਪਹਿਲੇ ਨੋਟਸ ਦਿੱਤਿਆਂ ਸਾਨੂੰ ਇੱਕ ਰਿਲੀਵਿੰਗ ਲੈਟਰ ਦੇ ਦਿੱਤੀ ਗਈ, ਜਿਹਦਾ ਕੋਈ ਠੋਸ ਬਹਾਨਾ ਨਹੀਂ ਹੈ। ਇਹਨਾਂ ਨੇ ਇਹ ਕਿਹਾ ਕਿ ਕਾਲਜ 'ਚ ਵਰਕਲੋਡ ਨਹੀਂ ਹੈ। ਪੰਜਾਬੀ ਸਬਜੈਕਟ ਜਿਹੜਾ ਹਰ ਬੱਚਾ ਕਾਲਜ ਦਾ ਪੜ੍ਹਦਾ, ਤੇ ਜਿੱਥੇ ਇਹਨਾਂ ਨੇ ਇੱਕ ਸਾਡੇ ਪੋਸਟ ਗ੍ਰੈਜੂਏਸ਼ਨ ਕੋਰਸ ਚੱਲ ਰਿਹਾ ਸੀਗਾ ਪੰਜਾਬੀ ਦੀ MA, ਉਹ ਇਹਨਾਂ ਨੇ ਬੰਦ ਕਰਨ ਲਈ ਯੂਨੀਵਰਸਿਟੀ ਨੂੰ ਇੱਕ ਲੈਟਰ ਪਾਈ ਸੀ। ਉਹਦੀ ਹਜੇ ਇਹਨਾਂ ਕੋਲ ਪਰਮਿਸ਼ਨ ਵੀ ਨਹੀਂ ਹੈ। ਤਾਂ ਉਹ ਵੀ ਕੋਈ ਇਹਦਾ ਮੁੱਦਾ ਨਹੀਂ ਹੈ, ਕੋਈ ਮਸਲਾ ਨਹੀਂ ਹੈ। ਜਦੋਂ ਅਸੀਂ ਅਪਾਇੰਟ ਹੋਏ ਸੀ ਕਾਲਜ ਨੇ ਪੇਪਰ 'ਚ ਐਡ ਦਿੱਤੀ ਸੀ, ਉੱਥੇ ਉਹਨਾਂ ਨੇ ਪਰਮਾਨੈਂਟ ਪੋਸਟ ਇਨ ਦਾ ਸਬਜੈਕਟ ਆਫ ਪੰਜਾਬੀ ਲਿਖਿਆ ਸੀਗਾ। ਉਹ ਪੋਸਟ ਕਿਸੇ ਕੋਈ ਕੋਰਸ ਨਾਲ ਸੰਬੰਧਿਤ ਨਹੀਂ ਸੀਗੀ, ਕਿਸੇ ਕਿਸਮ ਨਾਲ ਉਹਦਾ ਕੋਈ ਮਸਲਾ ਨਹੀਂ ਸੀਗਾ। ਸਾਨੂੰ ਜਿਹੜੀ ਅਪਾਇੰਟਮੈਂਟ ਲੈਟਰ ਕਾਲਜ ਨੇ ਦਿੱਤੀ ਸੀਗੀ, ਉਹਦੇ ਵਿੱਚ ਵੀ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਇਨ ਦਾ ਸਬਜੈਕਟ ਆਫ ਪੰਜਾਬੀ ਲਿਖਿਆ ਗਿਆ ਸੀਗਾ, ਕਲੀਅਰ ਸੀਗਾ। ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਨੇ ਅਪਰੂਵਲ ਕੀਤੀ ਸੀਗੀ,
ਉਹਦੇ ਵਿੱਚ ਵੀ ਉਹਨਾਂ ਨੇ ਸਾਨੂੰ ਸਾਡੀ ਹਾਇਰ ਡਿਗਰੀਆਂ ਨੂੰ ਦੇਖਦਿਆਂ ਹੋਇਆਂ ਸਾਡੀ ਅਪਰੂਵਲ ਗ੍ਰੈਜੂਏਟ ਪਲੱਸ ਪੋਸਟ ਗ੍ਰੈਜੂਏਟ ਲਈ ਸਾਨੂੰ ਐਲੀਜੀਬਲ ਟੀਚਰ ਮੰਨਿਆ ਸੀ। ਹੁਣ ਇਹਨਾਂ ਨੇ ਇਹ ਬਹਾਨਾ ਲਾਇਆ ਕਿ ਸਾਡੇ ਕੋਲ ਵਰਕਲੋਡ ਨਹੀਂ ਹੈ। ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ BA 'ਚ ਵੀ ਪੜ੍ਹਾਈ ਜਾ ਰਹੀ ਹੈ, MA ਸੈਕੰਡ ਈਅਰ ਵੀ ਅਜੇ ਚੱਲ ਰਹੀ ਹੈ, ਫਸਟ ਈਅਰ ਦੀ ਇਹਨਾਂ ਨੂੰ ਅਪਰੂਵਲ ਨਹੀਂ ਆਈ ਹੈ ਬੰਦ ਕਰਨ ਦੀ। ਜੇ ਅਸੀਂ MA ਨੂੰ ਛੱਡ ਵੀ ਦਿੰਨੇ ਆ ਤਾਂ ਸਾਡੇ ਕੋਲ BA ਦੇ ਵਿੱਚ ਹੀ 6+ ਟੀਚਰਸ ਦਾ ਵਰਕਲੋਡ ਹੈ ਆਲਰੇਡੀ, ਜੋ ਮੈਂ ਕਾਲਜ ਪ੍ਰਿੰਸੀਪਲ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਣਾ ਕੇ ਦੇ ਚੁੱਕਿਆ ਹਾਂ। ਤਾਂ ਅਸੀਂ ਆਲਰੇਡੀ 4 ਟੀਚਰ ਕੰਮ ਕਰ ਰਹੇ ਸੀਗੇ, ਸਾਨੂੰ 2 ਤੋਂ ਵੱਧ ਟੀਚਰਾਂ ਦੀ ਅਜੇ ਹੋਰ ਜ਼ਰੂਰਤ ਸੀਗੀ ਤੇ ਇਹਨਾਂ ਨੇ ਸਾਨੂੰ 2 ਸੀਨੀਅਰ ਟੀਚਰਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਰਿਲੀਵ ਕਰ ਦਿੱਤਾ। ਜਿਹੜੇ ਤੁਹਾਨੂੰ ਇਹਨਾਂ ਨੇ ਰਿਲੀਵ ਕਰਤਾ ਇੱਥੋਂ, ਤੁਸੀਂ ਕਹਿੰਦੇ ਕਿ 2 ਦੀ ਤਾਂ ਹੋਰ ਲੋੜ ਸੀ, ਪਰ ਤੁਹਾਨੂੰ 2-3 ਨੂੰ ਕੱਢ ਵੀ ਦਿੱਤਾ ਉੱਥੋਂ। ਪਰ ਜਿਹੜੀ ਲੋੜ ਸੀਗੀ ਕੀ ਉਹਨੂੰ ਪੂਰਾ ਕਰਨਾ ਚਾਹੀਦਾ ਸੀ ਕਿ ਨਾ ਕਿ ਜਿਹੜੇ ਪਹਿਲਾਂ ਤੋਂ ਪੁਰਾਣੇ ਬੈਠੇ ਆ ਉਹਨਾਂ ਨੂੰ ਕੱਢ ਕੇ ਬਾਹਰ ਭੇਜ ਦੇਣਾ ਚਾਹੀਦਾ ਸੀ? ਬਿਲਕੁਲ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਪਹਿਲਾਂ ਤਾਂ ਸਾਨੂੰ ਜਦੋਂ ਜ਼ਰੂਰਤ ਹੈ, ਲੋੜ ਹੈ, ਅਸੀਂ ਉਸ ਲੋੜ ਨੂੰ ਪੂਰਾ ਕਰੀਏ। ਮੈਂ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹੂੰਗਾ ਕਿ ਇਹ ਕੋਈ 2-3 ਟੀਚਰ ਨਹੀਂ ਕੱਢੇ ਉਹਨਾਂ ਨੇ, ਇਹ ਹਾਇਰ ਐਜੂਕੇਸ਼ਨ ਦੇ ਵਿੱਚ ਕਾਲਜਾਂ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਤੇ ਸਾਡੀ ਸਰਕਾਰ ਦਾ ਤਾਂ ਮੁੱਦਾ ਹੀ ਇਹ ਸੀਗਾ ਕਿ ਅਸੀਂ ਸਿੱਖਿਆ ਤੇ ਹੈਲਥ ਦੇ ਉੱਪਰ ਸਭ ਤੋਂ ਵੱਧ ਜ਼ੋਰ ਦੇਵਾਂਗੇ। ਤੇ ਜਿਹੜਾ ਇਹਨਾਂ ਨੇ ਤੁਸੀਂ ਕਿਹਾ ਕਿ MA ਦੇ ਜਿਹੜੇ ਸਟੂਡੈਂਟ ਨਹੀਂ ਆ ਰਹੇ ਜਾਂ ਇੱਥੇ ਐਡਮਿਸ਼ਨਸ ਨਹੀਂ ਹੋ ਰਹੀਆਂ, ਜਿਹੜਾ ਹਵਾਲਾ ਉਹਦਾ ਲਗਾਤਾਰ ਉਹ ਵੀ ਦੇ ਰਹੇ ਨੇ ਕਿ ਸਾਡੇ ਕੋਲ ਤਾਂ ਬੱਚੇ ਨਹੀਂ ਹੈਗੇ, ਅਸੀਂ ਪੜ੍ਹਾਉਣਾ ਕੀ ਹੈ, ਇਸ ਲਈ ਇਹਨਾਂ ਨੂੰ ਭੇਜਤਾ। ਪਰ ਕੀ ਇਹ ਗੱਲ ਠੀਕ ਆ ਉਹਨਾਂ ਦਾ ਕਹਿਣ ਮੁਤਾਬਕ ਕਿ ਤੁਹਾਨੂੰ ਘਰ ਭੇਜਣਾ ਹੀ ਸਹੀ ਸੀ ਜਾਂ ਇੱਥੇ ਹੀ ਰੱਖਣਾ ਚਾਹੀਦਾ ਸੀ? ਬਿਲਕੁਲ ਇਹ ਸ਼ਰੇਆਮ ਗਲਤ ਹੈ ਜੀ। ਅਸੀਂ ਪਰਮਾਨੈਂਟ ਪ੍ਰੋਫੈਸਰ ਸੀਗੇ ਇੱਥੇ। ਵੈਸੇ ਵੀ ਜੇ ਇੱਕ ਰੂਲ ਹੈ ਕਿ ਤੁਹਾਡੇ ਕੋਲ ਵਰਕਲੋਡ ਨਹੀਂ ਹੈ, ਮੈਂ ਇਹ ਨਹੀਂ ਚਾਹੂੰਗਾ, ਮੈਂ ਨਹੀਂ ਚਾਹੁੰਦਾ ਕਿ ਕਿਸੇ ਚਾਹੇ ਕੋਈ ਅਡਹੌਕ ਤੇ ਆ, ਕੋਈ ਜੂਨੀਅਰ ਹੈ, ਕਿਸੇ ਦੀ ਵੀ ਨੌਕਰੀ ਨੂੰ ਖਤਰਾ ਹੋਵੇ। ਪਰ ਸਰਵਿਸ ਰੂਲ ਦਾ ਇਹ ਇੱਕ ਸਾਡੇ ਕੋਲ ਕਾਨੂੰਨ ਹੈ ਕਿ ਵਰਕਲੋਡ ਨਹੀਂ ਹੈ ਤਾਂ ਤੁਸੀਂ ਜੇ ਸ਼ਾਂਤੀ ਕਰਨੀ ਵੀ ਹੈ ਉਹਦੇ ਲਈ ਪੰਜਾਬ ਯੂਨੀਵਰਸਿਟੀ ਤੋਂ ਅਪਰੂਵਲ ਲੈਣੀ ਪੈਂਦੀ ਆ, ਉਹਦੇ ਤੋਂ DPI ਤੋਂ ਤੁਹਾਨੂੰ ਪੁੱਛਣਾ ਪੈਂਦਾ ਹੈਗਾ, ਜਾਂ ਤੁਸੀਂ ਜੂਨੀਅਰ ਮੋਸਟ ਤੋਂ ਸ਼ੁਰੂ ਕਰਨਾ ਹੁੰਦਾ। ਇਹ ਮੈਨੇਜਮੈਂਟ ਨੇ ਤੇ ਖਾਸ ਕਰਕੇ ਸਾਡੇ ਇਸ ਮੈਨੇਜਮੈਂਟ ਦੇ ਵਿੱਚ ਇੱਕ ਐਸਾ ਬੰਦਾ ਜਿਹੜਾ ਡਾਇਰੈਕਟਰ SP ਆਨੰਦ ਨਾਂ ਦਾ ਬੰਦਾ, ਉਹਨੇ ਸ਼ਰੇਆਮ ਧੱਕਾ ਕੀਤਾ ਸਾਡੇ ਨਾਲ। ਯੂਨੀਵਰਸਿਟੀ ਦੇ ਸਾਰੇ ਜਿਹੜੇ ਰੂਲ ਨੇ ਉਹਨਾਂ ਨੂੰ ਨਹੀਂ ਮੰਨਿਆ। ਅਸੀਂ ਜਦੋਂ ਸਾਨੂੰ ਇਹਨਾਂ ਨੇ ਰਿਲੀਵਿੰਗ ਲੈਟਰ ਦਿੱਤੀ, ਅਸੀਂ ਪੰਜਾਬ ਯੂਨੀਵਰਸਿਟੀ ਕੋਲ ਗਏ, ਅਸੀਂ ਆਪਣੇ ਸਾਰੇ ਡਾਕੂਮੈਂਟ ਆਪਣਾ ਪੱਖ ਪੇਸ਼ ਕੀਤਾ ਉਹਨਾਂ ਦੇ ਸਾਹਮਣੇ ਤੇ ਉਹਨਾਂ ਨੇ ਤੁਰੰਤ ਹੀ ਸਾਡੇ ਡਾਕੂਮੈਂਟ ਨੂੰ ਦੇਖਦਿਆਂ ਹੋਇਆਂ ਇੱਕ ਚਿੱਠੀ ਜਿਹੜੀ ਹੈ ਸਾਡੀ ਹਮਾਇਤ ਦੇ ਵਿੱਚ ਸਾਡੇ ਪੱਖ ਦੇ ਵਿੱਚ ਜਾਰੀ ਕੀਤੀ ਕਿ ਅਸੀਂ 1 ਤਰੀਕ ਨੂੰ ਗਏ ਸੀ, ਉਹਨਾਂ ਨੇ ਕਿਹਾ 2 ਤਰੀਕ ਨੂੰ ਹੀ ਹਰ ਹਾਲਤ 'ਚ ਇਹਨਾਂ ਨੂੰ ਕਾਲਜ 'ਚ ਜੁਆਇਨ ਕਰਾਇਆ ਜਾਵੇ, ਤੁਸੀਂ ਇਹਨਾਂ ਟੀਚਰਾਂ ਨੂੰ ਐਵੇਂ ਕੱਢ ਨਹੀਂ ਸਕਦੇ। ਪਰ ਜਦੋਂ ਅਸੀਂ ਤਿੰਨੋਂ ਟੀਚਰ, ਮੈਂ ਕੁਲਦੀਪ ਸਿੰਘ, ਡਾਕਟਰ ਮਨਜੀਤ ਕੌਰ ਪੰਜਾਬੀ ਡਿਪਾਰਟਮੈਂਟ ਤੋਂ ਤੇ ਪ੍ਰੋਫੈਸਰ ਲਕਸ਼ਮਿੰਦਰ ਹਿਸਟਰੀ ਡਿਪਾਰਟਮੈਂਟ ਤੋਂ, ਅਸੀਂ ਉਸ ਸਮੇਂ ਦੇ ਮੌਜੂਦਾ ਪ੍ਰਿੰਸੀਪਲ ਸਾਡੇ ਸੀ ਪ੍ਰੋਫੈਸਰ ਰਜੇਸ਼ ਅਗਰਵਾਲ, ਅਸੀਂ ਉਹਨਾਂ ਨੂੰ ਆਪਣੀ ਜੁਆਇਨਿੰਗ ਦੁਬਾਰਾ ਲਈ ਲੈਟਰ ਦੇਣ ਗਏ ਤਾਂ ਉਹਨਾਂ ਨੇ ਨਾ ਨੁੱਕਰ ਕੀਤੀ, ਡਾਇਰੈਕਟਰ SP ਆਨੰਦ ਨੂੰ ਬੁਲਾ ਲਿਆ। ਤਾਂ ਫਿਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਮੈਂ ਕਿਸੇ ਯੂਨੀਵਰਸਿਟੀ ਨੂੰ ਨਹੀਂ ਮੰਨਦਾ। ਅਸੀਂ ਕਿਹਾ ਸਰ ਸਾਡੇ ਕੋਲ ਯੂਨੀਵਰਸਿਟੀ ਦੀ ਇਹ ਲੈਟਰ ਹੈ, ਤੁਸੀਂ ਸਾਨੂੰ ਜੁਆਇਨ ਕਰਾਓ। ਉਹ ਕਹਿੰਦਾ ਜੀ ਜਿੱਥੇ ਜਾਣਾ ਕੋਰਟ ਚਲੇ ਜਾਓ, ਕੁਛ ਕਰ ਲਓ, ਅਸੀਂ ਤੁਹਾਨੂੰ ਜੁਆਇਨ ਨਹੀਂ ਕਰਾਂਗੇ। ਲੈਟਰ 'ਚ ਜੁਆਇਨ ਬਾਰੇ ਲਿਖਿਆ? ਉਸ ਲੈਟਰ ਦੇ ਵਿੱਚ ਯੂਨੀਵਰਸਿਟੀ ਨੇ ਇਹਨਾਂ ਨੂੰ ਐਡਵਾਈਸ ਵੀ ਕੀਤਾ ਤੇ ਇਹਨਾਂ ਨੂੰ ਆਰਡਰ ਵੀ ਕੀਤਾ ਕਿ ਪਰਮਾਨੈਂਟ ਟੀਚਰ ਨੂੰ ਤੁਸੀਂ ਇਸ ਤਰੀਕੇ ਨਾਲ ਨਹੀਂ ਕੱਢ ਸਕਦੇ ਤੇ ਤੁਸੀਂ ਇਹਨਾਂ ਨੂੰ ਜੁਆਇਨ ਕਰਾਓ। ਇਹਦਾ ਫਿਰ ਸਾਰਾ ਕਰਤਾ ਧਰਤਾ ਕੌਣ ਰਿਹਾ ਇਹ ਸਾਰੀ ਇਸ ਗੇਮ ਦਾ ਜੋ ਤੁਹਾਨੂੰ ਕੱਢਿਆ ਤੇ? ਸਾਡੀ ਮੈਨੇਜਮੈਂਟ ਤਾਂ ਸਰ ਲੁਧਿਆਣੇ ਬੈਠੀ ਹੈ ਜੀ। ਅਸੀਂ ਟਾਈਮ ਟੂ ਟਾਈਮ, ਸਾਡੇ ਸੈਕਟਰੀ ਨੇ ਰਜਨੀਸ਼ ਸਾਂਵਲਕਾ ਜੀ, ਅਸੀਂ ਉਹਨਾਂ ਨੂੰ ਮੇਲ ਵੀ ਪਾਈਆਂ, ਅਸੀਂ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਸਮੇਂ-ਸਮੇਂ ਆਪਣਾ ਸਮੱਸਿਆਵਾਂ ਦੱਸਦੇ ਰਹੇ ਕਿ ਸਾਨੂੰ ਤੁਹਾਡਾ ਡਾਇਰੈਕਟਰ SP ਆਨੰਦ ਹਰਾਸ਼ ਕਰ ਰਿਹਾ, ਤੰਗ ਕਰ ਰਿਹਾ ਮੈਂਟਲੀ ਵੀ। ਤਾਂ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਕਿਸੇ ਵੀ ਸਾਡੇ ਉਸ ਮੈਸੇਜ ਦਾ ਕੋਈ ਰਿਸਪੌਂਸ ਨਹੀਂ ਕੀਤਾ। ਇਹਦਾ ਮੇਨ ਤਾਂ ਅਸੀਂ ਦੋਸ਼ੀ ਮੰਨਾਂਗੇ SP ਆਨੰਦ ਡਾਇਰੈਕਟਰ ਨੂੰ, ਜਿਨੇ ਉਸ ਮੈਨੇਜਮੈਂਟ ਨੂੰ ਗੁੰਮਰਾਹ ਕੀਤਾ। ਜਿਹੜੀ ਉਹ ਮੈਨੇਜਮੈਂਟ, ਜਿਹੜੇ ਕਾਲਜ ਦਾ 100 ਸਾਲ ਦਾ ਇਤਿਹਾਸ ਸੀਗਾ, ਜਿਨ੍ਹਾਂ ਦੇ ਬਜ਼ੁਰਗਾਂ ਨੇ 1921 ਦੇ ਵਿੱਚ ਇੰਨਾ ਪੈਸਾ ਦੇ ਕੇ ਇਸ ਬੂਟੇ ਨੂੰ ਲਗਾਇਆ ਸੀ ਇਸ ਇਲਾਕੇ ਨੂੰ ਸਿੱਖਿਅਤ ਕਰਨ ਦੇ ਲਈ, ਅੱਜ ਮੈਂ ਕਹਾਂਗਾ ਕਿ ਇਹਨਾਂ ਨੇ ਉਹਨਾਂ ਦੀ ਸਿਰਫ ਅਧਿਆਪਕ ਹੀ ਨਹੀਂ ਕੱਢੇ, ਉਹਨਾਂ ਦੀ ਉਹ ਸੋਚ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਸਰ, ਕੀ ਲੱਗਦਾ ਕਿ ਇਹਨਾਂ ਨਾਲ ਧੱਕਾ ਹੋਇਆ ਜਾਂ ਠੀਕ ਹੋਇਆ? ਸਰਕਾਰ ਦਾ ਰਵੱਈਆ ਸੀ ਜਾਂ ਜਿਨ੍ਹਾਂ ਦਾ ਨਾਮ ਲੈ ਰਿਹਾ ਕਿ ਇੱਥੋਂ ਦੀ ਮੈਨੇਜਮੈਂਟ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਦਾ ਰੋਲ ਰਿਹਾ? ਕੀ ਲੱਗਦਾ ਪੂਰੇ ਮਸਲੇ ਦੇ ਵਿੱਚ ਕੌਣ ਸਹੀ ਕਹਿ ਰਿਹਾ, ਕੌਣ ਗਲਤ ਕਹਿ ਰਿਹਾ? ਦੇਖੋ, ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਲੈ ਕੇ ਅਸੀਂ ਇਹ ਕਹਿੰਦੇ ਆ ਕਿ ਇੱਕ ਬਹੁਤ ਵੱਡਾ ਨੈਕਸਸ ਬਣਿਆ ਹੋਇਆ ਇਹਨੂੰ ਤਬਾਹ ਕਰਨ ਦੇ ਲਈ। ਉਹਦੇ ਵਿੱਚ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਵੀ ਸ਼ਾਮਲ ਨੇ, ਉਹਦੇ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਕਾਲਜਾਂ ਦੀਆਂ ਜਿਹੜੀਆਂ ਮੈਨੇਜਮੈਂਟਾਂ ਨੇ ਉਹ ਵੀ ਸ਼ਾਮਲ ਨੇ। ਉਹ ਕਿਸ ਤਰੀਕੇ ਦੇ ਨਾਲ ਸ਼ਾਮਲ ਨੇ? ਕਿਉਂਕਿ ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਵਾਈਸ ਚਾਂਸਲਰਸ ਨੇ ਯੂਨੀਵਰਸਿਟੀ ਦੇ ਕੈਲੰਡਰ ਦੇ ਅਕੋਰਡਿੰਗਲੀ ਕੰਮ ਕਰਨਾ ਹੁੰਦਾ। ਕੈਲੰਡਰ ਜਿਹੜਾ ਉਸ ਯੂਨੀਵਰਸਿਟੀ ਦਾ ਸੰਵਿਧਾਨ ਹੁੰਦਾ।
ਔਰ ਜਿਹੜੀ ਇਹ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਵੀ ਜਦੋਂ ਤੁਸੀਂ ਕੋਈ ਕੋਰਸ ਬੰਦ ਕਰਨਾ, ਟੀਚਰ ਕੱਢਣਾ, ਫਸਟਲੀ ਯੂ ਵਿਲ ਹੈਵ ਟੂ ਟੇਕ ਪਰਮਿਸ਼ਨ ਫਰੋਮ ਦ ਯੂਨੀਵਰਸਿਟੀ। ਤੁਹਾਨੂੰ ਯੂਨੀਵਰਸਿਟੀ ਤੋਂ ਪਰਮਿਸ਼ਨ ਲੈਣੀ ਪੈਣੀ ਹੈ। ਤੁਹਾਨੂੰ 95% ਗ੍ਰਾਂਟ ਕੌਣ ਦਿੰਦੀ ਹੈ? ਸਰਕਾਰ ਦਿੰਦੀ ਹੈ। ਸਾਡਾ ਇੱਕ ਸਰਵਿਸ ਸਿਕਿਉਰਿਟੀ ਐਕਟ 1974 ਹੈ ਜਿਹੜਾ ਵਿਧਾਨ ਸਭਾ 'ਚੋਂ ਪਾਸ ਹੋਇਆ ਹੋਇਆ। ਉਸ ਐਕਟ ਦੇ ਵਿੱਚ ਲਿਖਿਆ ਹੈ ਕਿ ਜੇ ਤੁਸੀਂ ਬੰਦਾ ਕੱਢਣਾ, ਸੈਕਸ਼ਨ 7 ਉਹਦਾ ਕਹਿੰਦਾ ਹੈ, ਤੁਸੀਂ ਜੇ ਬੰਦਾ ਕੱਢਣਾ ਵਰਕਲੋਡ ਦੇ ਆਧਾਰ ਤੇ ਤੁਹਾਨੂੰ DHE ਡਾਇਰੈਕਟਰ ਹਾਇਰ ਐਜੂਕੇਸ਼ਨ ਪੰਜਾਬ ਮੋਹਾਲੀ ਦੇ ਵਿੱਚ ਹੈ ਤੇ ਉਹਦੇ ਕੋਲੋਂ ਪਰਮਿਸ਼ਨ ਲੈਣੀ ਪਏਗੀ। ਨਾ ਤੁਸੀਂ ਯੂਨੀਵਰਸਿਟੀ ਤੋਂ ਪਰਮਿਸ਼ਨ ਲੈਂਦੇ ਹੋ, ਨਾ ਤੁਸੀਂ DHE ਤੋਂ ਪਰਮਿਸ਼ਨ ਲੈਂਦੇ ਹੋ। ਤੁਸੀਂ ਕੌਣ ਹੋ? ਗੁੰਡਾਗਰਦੀ ਹੈ ਤੁਹਾਡੀ। SP ਆਨੰਦ ਕੌਣ ਹੈ? ਮੈਨੂੰ ਪ੍ਰੋਫੈਸਰ ਸਾਹਿਬ ਇਹ ਡਾਇਰੈਕਟਰ ਵਰਡ ਯੂਜ਼ ਕਰ ਰਹੇ। ਡਾਇਰੈਕਟਰ ਸਾਡੇ ਕੋਈ ਸ਼ਬਦ ਹੀ ਹੈ ਨਹੀਂ ਕਾਲਜ ਦੇ ਵਿੱਚ। ਮੈਂ ਇਹ ਪਤਾ ਕਰਨਾ ਹੁਣੇ, ਮੈਂ ਅੱਜ ਹੀ ਆਇਆ ਇੱਥੇ, ਸਾਡੀ ਜਥੇਬੰਦੀ ਵੱਲੋਂ ਅਸੀਂ ਇਹ ਧਰਨਾ ਲਾਇਆ UCT ਵੱਲੋਂ। ਅਸੀਂ ਇਹ ਪਤਾ ਕਰਨਾ ਵੀ ਉਹ ਕੌਣ ਹੈ। SP ਆਨੰਦ ਚਪੜਾਸੀ ਹੈ, ਮਾਲੀ ਹੈ, ਕਿਉਂਕਿ ਇਹ ਤਾਂ ਪੋਸਟਾਂ ਹੁੰਦੀਆਂ ਨੇ ਕਾਲਜ ਦੇ ਵਿੱਚ। ਅਧਿਆਪਕ ਦੀ ਪੋਸਟ ਹੈ, ਸੁਪਰਡੈਂਟ ਦੀ ਪੋਸਟ ਹੈ, ਕਲਰਕ ਦੀ ਪੋਸਟ ਹੈ, ਡਾਇਰੈਕਟਰ ਦੀ ਕੋਈ ਪੋਸਟ ਹੀ ਹੈ ਨਹੀਂ। ਨਾ ਕਿਸੇ ਸਰਕਾਰੀ ਕਾਲਜ 'ਚ ਕੋਈ ਡਾਇਰੈਕਟਰ ਹੁੰਦਾ, ਨਾ ਕਿਸੇ ਏਡਡ ਕਾਲਜ 'ਚ ਤੇ ਨਾ ਕਿਸੇ ਅਨਏਡਡ ਕਾਲਜ। ਇਹ ਕੌਣ ਹੈ SP ਆਨੰਦ ਬੰਦਾ? ਮੈਨੂੰ ਤਾਂ ਲੱਗਦਾ ਕੋਈ ਗੁੰਡਾ ਵਾੜ ਲਿਆ ਮੈਨੇਜਮੈਂਟ ਨੇ ਅੰਦਰ, ਜਿਹੜਾ ਮਨਮਰਜ਼ੀਆਂ ਕਰ ਰਿਹਾ। ਮਤਲਬ ਕੱਲ ਜਦੋਂ ਇਹ ਟੀਚਰਸ ਯੂਨੀਵਰਸਿਟੀ ਦੇ ਆਰਡਰਸ ਨੂੰ ਲੈ ਕੇ ਅੰਦਰ ਗਏ ਤੇ ਇਹਨਾਂ ਨੇ ਕਿਹਾ ਜੀ ਯੂਨੀਵਰਸਿਟੀ ਕਹਿੰਦੀ ਹੈ ਕਿ ਸਾਨੂੰ ਜੁਆਇਨ ਕਰਾ ਲਓ। ਔਰ ਮੈਂ ਤੁਹਾਨੂੰ ਚਿੱਠੀ ਜੇ ਪੜ੍ਹ ਕੇ ਸੁਣਾ ਦੇਵਾਂ, ਯੂਨੀਵਰਸਿਟੀ ਨੇ ਡਾਇਰੈਕਸ਼ਨਸ ਦਿੱਤੀਆਂ ਕਿ ਜਦ ਤੱਕ ਸਾਡੀ ਟੀਮ ਨਹੀਂ ਆਏਗੀ ਇਨਸਪੈਕਸ਼ਨ ਕਰਨ, ਤੁਹਾਡੇ ਕੋਰਸ ਨੂੰ ਦੇਖਣ ਲਈ, ਤੁਹਾਡੇ ਵਰਕਲੋਡ ਨੂੰ ਦੇਖਣ ਲਈ, ਤੁਸੀਂ ਇਹਨਾਂ ਤੇ ਕੋਈ ਬਣਦੀ ਕਾਰਵਾਈ ਨਹੀਂ ਕਰੋਗੇ ਔਰ ਹਾਲ ਦੀ ਘੜੀ ਇਹਨਾਂ ਨੂੰ ਜੁਆਇਨ ਕਰਾਇਆ ਜਾਵੇ। ਜਦੋਂ ਇਹ ਟੀਚਰਸ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਉਹ ਜਿਹੜਾ SP ਆਨੰਦ ਹੈ ਉਹ ਕਹਿੰਦਾ ਅਸੀਂ ਨਹੀਂ ਜੀ ਯੂਨੀਵਰਸਿਟੀ ਨੂੰ ਮੰਨਦੇ। ਕਹਿੰਦਾ ਯੂਨੀਵਰਸਿਟੀ ਕੌਣ ਹੁੰਦੀ ਹੈ? ਇਹਨੂੰ ਇਹ ਨਹੀਂ ਪਤਾ ਕਿ ਉਹੀ ਯੂਨੀਵਰਸਿਟੀ ਹੈ ਜਿਸ ਯੂਨੀਵਰਸਿਟੀ ਨੇ ਇਸ ਕਾਲਜ ਨੂੰ ਐਫੀਲੀਏਸ਼ਨ ਦਿੱਤੀ ਹੈ, ਜਿਸ ਪੰਜਾਬ ਯੂਨੀਵਰਸਿਟੀ ਦੀਆਂ ਡਿਗਰੀਆਂ ਲੈ ਕੇ ਵਿਦਿਆਰਥੀ ਕੈਨੇਡਾ, ਅਮਰੀਕਾ ਔਰ ਦੁਨੀਆ ਭਰ ਦੇ ਵਿੱਚ ਵਿਚਰ ਰਹੇ ਨੇ ਇਸ ਪੰਜਾਬ ਯੂਨੀਵਰਸਿਟੀ ਦੀ ਬਦੌਲਤ। ਔਰ ਇਹ SP ਆਨੰਦ ਜਿਹੜਾ ਇਹ ਖੁਦ ਗੁਰੂ ਨਾਨਕ ਕਾਲਜ ਦੇ ਵਿੱਚ ਪਹਿਲਾਂ ਪ੍ਰੋਫੈਸਰ ਰਹਿ ਚੁੱਕਾ। ਮੈਂ ਹੁਣੇ ਅੱਜ ਇੱਥੇ ਆ ਕੇ ਸੁਣਿਆ ਇੱਕ ਪ੍ਰੋਫੈਸਰ ਸਾਹਿਬ ਦੱਸ ਰਹੇ ਸੀਗੇ ਕਿ ਇਹ ਬੰਦਾ ਗੁਰੂ ਨਾਨਕ ਕਾਲਜ 'ਚ ਖੁਦ ਸਸਪੈਂਡ ਹੋ ਚੁੱਕਾ ਔਰ ਉਦੋਂ ਅਸੀਂ ਟੀਚਰ ਜਥੇਬੰਦੀਆਂ ਇਹਦੇ ਨਾਲ ਖੜਦੀਆਂ ਸੀ ਜਾ ਕੇ ਔਰ ਕਹਿੰਦੀਆਂ ਸੀਗੀਆਂ ਵੀ ਇਹ SP ਆਨੰਦ ਦੇ ਹੱਕ ਨੇ ਜੀ, ਹੱਕ ਦੇ ਲਈ ਖੜਨਾ। ਉਹਦੇ ਹੱਕ ਸੀਗੇ ਤੇ ਆਹ ਡਾਕਟਰ ਕੁਲਦੀਪ ਦੇ, ਡਾਕਟਰ ਮਨਜੀਤ ਕੌਰ ਦੇ, ਪ੍ਰੋਫੈਸਰ ਲਕਸ਼ਮਿੰਦਰ ਦੇ ਹੱਕ ਜਿਹੜੇ ਆ ਉਹ ਹੱਕ ਨਹੀਂ ਹੈਗੇ। ਸੋ ਇਸ ਕਰਕੇ ਪੰਜਾਬ ਸਰਕਾਰ, ਸਾਡੀ ਵੱਡੀ ਬੇਨਤੀ ਸਰਕਾਰ ਨੂੰ, ਅਸੀਂ ਸਰਕਾਰ ਨੂੰ 3-4 ਮੀਟਿੰਗਾਂ ਵੀ ਮਿਨਿਸਟਰ ਦੇ ਨਾਲ ਕਰ ਚੁੱਕੇ ਹਾਂ। ਪਹਿਲਾਂ ਗੁਰਮੀਤ ਸਿੰਘ ਮੀਥੇਰ ਉਹਨਾਂ ਦੇ ਨਾਲ ਕੀਤੀਆਂ, ਹੁਣ ਹਰਜੋਤ ਬੈਂਸ ਉਹਨਾਂ ਨੂੰ ਮਿਲ ਕੇ ਆਏ ਆ 2-3 ਵਾਰੀ। ਉਹਨਾਂ ਨੂੰ ਅਸੀਂ ਕਿਹਾ ਜੀ ਕਾਈਂਡਲੀ ਪ੍ਰਾਈਵੇਟ ਏਡਡ ਕਾਲਜ ਜਿਹੜੇ ਨੇ ਤੁਸੀਂ ਇਹਨਾਂ ਨੂੰ ਸੰਨ 78 ਤੋਂ ਗ੍ਰਾਂਟ ਦੇ ਰਹੇ ਹੋ, 45 ਵਰੇ ਹੋ ਗਏ ਇਹਨਾਂ ਨੂੰ ਕਰੋੜਾਂ ਰੁਪਈਆਂ ਦੀ ਗ੍ਰਾਂਟ ਦਿੱਤੀ ਹੈ। ਇਹ ਕੌਣ ਨੇ? 100 ਚੋਂ 95 ਰੁਪਈਏ ਕੌਣ ਦੇ ਰਿਹਾ? ਸਰਕਾਰ। 5 ਰੁਪਈਏ ਕੌਣ ਦੇ ਰਹੇ? ਇਹ। ਔਰ ਮੈਂ ਇਹ ਵੀ ਕਲੀਅਰ ਕਰ ਦਵਾਂ ਤੁਹਾਡੇ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ, ਇਹ 5 ਰੁਪਈਏ ਪੱਲਿਓਂ ਨਹੀਂ ਦਿੰਦੇ ਜੇਬ 'ਚੋਂ, ਵਿਦਿਆਰਥੀਆਂ ਦੀਆਂ ਫੀਸਾਂ 'ਚੋਂ ਲੈਂਦੇ ਨੇ। ਸੋ ਇਹ ਮਾਲਕ ਬਣੇ ਬੈਠੇ ਨੇ ਕਾਲਜਾਂ ਦੇ। ਕੌਣ ਨੇ ਕੱਢਣ ਵਾਲੇ, ਕੌਣ ਨੇ ਰੱਖਣ ਵਾਲੇ? ਸਰਕਾਰ ਨੂੰ ਅਸੀਂ ਕਹੇ ਜੀ ਕੰਟਰੋਲ ਕਰੋ ਇਹਨਾਂ ਕਾਲਜਾਂ ਤੇ। ਇਹਨਾਂ ਕਾਲਜਾਂ ਦੇ ਵਿੱਚ ਸਰਕਾਰ ਨੇ ਪਿੱਛੇ ਜੀ 136 ਕਾਲਜ ਨੇ ਜਿਨ੍ਹਾਂ ਨੂੰ ਏਡ ਦਿੰਦੀ ਹੈ ਸਰਕਾਰ, ਉੱਥੇ 136 ਨੁਮਾਇੰਦੇ ਬਿਠਾ ਦਿੱਤੇ ਸਰਕਾਰ ਨੇ ਕਿ ਇਹ ਨੁਮਾਇੰਦੇ ਬੈਠਣਗੇ ਔਰ ਅਸੀਂ ਦੇਖਾਂਗੇ ਵੀ ਇਹ ਕੀ ਕਰਦੇ। ਤੁਸੀਂ ਹੈਰਾਨ ਹੋਵੋਗੇ ਮੈਨੇਜਮੈਂਟਾਂ ਦੀ ਗੁੰਡਾਗਰਦੀ। ਇਹਨਾਂ ਨੇ ਲੁਧਿਆਣੇ ਦੇ ਖਾਲਸਾ ਕਾਲਜ 'ਚ ਮੀਟਿੰਗ ਕੀਤੀ, ਸਾਰੇ ਅਖਬਾਰਾਂ 'ਚ ਆਇਆ ਪੰਜਾਬ। ਇਹ ਕਹਿੰਦੇ ਜੀ ਉਹ ਵੜ ਕੇ ਦਿਖਾਣ 136 ਨੁਮਾਇੰਦੇ, ਅਸੀਂ ਵੜ ਨਹੀਂ ਦੇਣ। ਮੈਂ ਹਰਜੋਤ ਬੈਂਸ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਹ ਕਹਿੰਦੀਆਂ ਨੇ ਮੈਨੇਜਮੈਂਟਾਂ, ਵੜ ਕੇ ਦਿਖਾਣ ਸਰਕਾਰ ਨੂੰ ਕਹਿ ਰਹੇ ਆ ਜਿਹਦੇ ਕੋਲ 95 ਰੁਪਈਏ ਲੈ ਰਹੇ ਆ। ਔਰ ਮੇਰੀ ਇੱਕ ਕੰਪਲੇਂਟ ਹੋਈ ਜਿਹਦੇ ਤੇ ਉਦੋਂ ਪ੍ਰਿੰਸੀਪਲ ਸੈਕਟਰੀ ਸੀ ਕ੍ਰਿਸ਼ਨ ਕੁਮਾਰ, ਉਹਨਾਂ ਨੇ ਇੱਕ ਪ੍ਰਿੰਸੀਪਲ ਦੀ 16 ਮਹੀਨੇ ਤੋਂ ਕਾਲਜ ਦੀ ਗ੍ਰਾਂਟ ਬੰਦ ਕੀਤੀ ਹੋਈ ਹੈ। ਉਹ ਕਹਿੰਦੇ ਕੀ ਗੁੰਡਾਗਰਦੀ ਹੈ, 95 ਰੁਪਈਏ ਅਸੀਂ ਦਿੰਨੇ ਪਏ ਆ ਤੇ ਮਾਲਕ ਤੁਸੀਂ ਬਣੇ ਬੈਠੇ ਹੋ, ਜਿੱਦਾਂ ਮਰਜ਼ੀ ਰੱਖੋਗੇ। ਸੋ ਇਸ ਕਰਕੇ ਇਹਦੇ ਵਿੱਚ ਮੈਂ ਨੈਕਸਸ ਤਾਂ ਵਰਡ ਯੂਜ਼ ਕੀਤਾ, ਪੰਜਾਬ ਸਰਕਾਰ ਜਦ ਤੱਕ ਐਕਸ਼ਨ ਨਹੀਂ ਲਏਗੀ। ਨੰਬਰ 2, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਤਿੰਨਾਂ ਦੇ ਵਾਈਸ ਚਾਂਸਲਰ, ਇਹਨਾਂ ਤਿੰਨਾਂ ਨੂੰ ਸਖਤ ਸਟੈਪ ਲੈਣੇ ਪੈਣਗੇ। ਐਫੀਲੀਏਸ਼ਨ ਲਈ ਹੈ ਤਾਂ ਡਿਸਐਫੀਲੀਏਟ ਕਰ ਦਿਓ। ਇਹ ਕੱਲ੍ਹ ਨੂੰ ਨਾ ਨੱਠੇ ਆਣਗੇ, ਤੁਸੀਂ ਮੈਨੂੰ ਕਹਿ ਦਿਓ ਇੱਥੇ ਯੂਨੀਵਰਸਿਟੀ ਇੱਕ ਚਿੱਠੀ ਕੱਢੇ, ਇਹਨਾਂ ਦਾ ਇੱਕ ਕਲੌਜ਼ ਹੈ 11.1, ਉਹਦੇ ਅੰਡਰ ਇੱਕ ਧਾਰਾ ਲਾ ਕੇ ਕੱਢਣ ਵੀ ਜੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਅਸੀਂ ਕਾਲਜ ਬੰਦ ਕਰਨ ਲੱਗੇ ਹਾਂ। ਇਹ ਤਾਂ ਨੱਠੇ ਫਿਰਨਗੇ ਸਾਰੇ, ਇਹ ਤਾਂ ਸਾਰਿਆਂ ਨੂੰ ਜੁਆਇਨ ਕਰਾਉਣਗੇ ਪ੍ਰੋਫੈਸਰ ਸਾਹਿਬ ਨੂੰ। ਸੋ ਇਹ ਅੱਛਾ, ਇੱਕ ਗੱਲ ਹੋਰ ਹੈ, ਇਹ ਇਹਨਾਂ ਦੇ ਜਿਹੜੇ ਤੀਜੇ ਅਧਿਆਪਕ ਨੇ ਲੇਡੀਜ਼, ਉਹਨਾਂ ਵੱਲੋਂ ਕੋਈ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜੀ। ਹਾਂਜੀ, ਉਹ ਇਸ ਤਰ੍ਹਾਂ ਸੀ ਕਿ ਉਹ ਮੈਡਮ ਬਹੁਤ ਹੀ ਛੋਟੇ ਪਿੰਡ ਦੇ ਵਿੱਚੋਂ ਆਏ ਸੀ ਤੇ ਤੁਹਾਨੂੰ ਪਤਾ ਇੱਕ ਪਾਸੇ ਤਾਂ ਆਪਾਂ ਕੁੜੀਆਂ ਨੂੰ ਪੜ੍ਹਾਉਣ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ, PhD ਕੀਤੀ ਔਰ ਮੈਂ ਹੋਰ ਦੱਸਦਾ ਉਹ ਅੱਗੇ ਹੁਣ PhD ਕਰਵਾ ਰਹੇ ਨੇ। ਮਤਲਬ ਇਸ ਲੈਵਲ ਦਾ ਤੁਹਾਡੇ ਕੋਲ ਟੀਚਰ ਬੈਠਾ, ਉਹਨਾਂ ਦੀਆਂ ਕਿਤਾਬਾਂ ਵੀ ਨੇ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਮਤਲਬ ਇੱਕ ਪ੍ਰੋਫੈਸਰ ਨੂੰ 13-14 ਸਾਲ ਕੰਮ ਕਰਦੇ ਹੋ ਗਏ ਤੇ ਵਨ ਫਾਈਨ ਮਾਰਨਿੰਗ ਇਫ ਯੂ ਵਿਲ ਸੇ ਕਿ ਜੀ ਤੈਨੂੰ ਕੱਢ ਦਿੱਤਾ, ਤੇ ਉਹ ਤਾਂ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ। ਉਹ ਡਿਪਰੈਸ਼ਨ 'ਚ ਚਲੇ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਉਹਨਾਂ ਨੇ ਫਿਰ ਲੱਗਿਆ ਕਿ ਮੈਂ ਤਾਂ ਵੀ ਹੁਣ ਮੇਰਾ ਸਭ ਕੁਝ ਖਤਮ ਹੈ। ਔਰ ਉਹਨਾਂ ਦੇ ਹਸਬੈਂਡ ਵੀ ਇੱਥੇ ਹੀ ਪ੍ਰੋਫੈਸਰ ਨੇ। ਤਾਂ ਉਹ ਪ੍ਰੋਫੈਸਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਮੈਡਮ ਨੇ ਇੱਦਾਂ ਗੋਲੀਆਂ ਖਾ ਲਈਆਂ ਨੇ। ਔਰ ਮੈਂ ਹੋਰ ਕਲੀਅਰ ਕਰਦਾ, ਮੈਡਮ ਨੇ CM ਨੂੰ ਪਹਿਲਾਂ ਚਿੱਠੀ ਪਾਈ ਹੈ।
ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਨੂੰ ਚਿੱਠੀ ਪਾਈ ਹੈ, ਉਹ ਸਾਡੇ ਕੋਲ ਚਿੱਠੀ ਹੈ, ਮੇਲ ਹੋਈ ਹੈ ਕਿ ਜੀ ਮੈਂ ਸੁਸਾਈਡ ਕਮਿਟ ਕਰ ਲੈਣਾ, ਪੰਜਾਬ 'ਚ ਹਾਇਰ ਐਜੂਕੇਸ਼ਨ ਦਾ ਬੇੜਾ ਗਰਕ ਹੋ ਰਿਹਾ। ਔਰ ਉਸ ਤੋਂ ਬਾਅਦ ਫਿਰ ਮੈਡਮ ਨੇ ਗੋਲੀਆਂ ਖਾ ਲਈਆਂ। ਔਰ ਇਹ ਤਾਂ ਪ੍ਰੋਫੈਸਰ ਕੁਲਦੀਪ ਸਿੰਘ ਉਹਨਾਂ ਦਾ ਘਰ ਨਾਲ ਸੀ, ਉਹਨਾਂ ਦੇ ਮਦਰ ਆਏ, ਦੌੜੇ ਗਏ, ਹਸਪਤਾਲ ਲੈ ਗਏ, ਹਸਪਤਾਲ ਡਾਕਟਰਸ ਇੱਥੇ ਦੇ ਵਧੀਆ ਸੀਗੇ, ਉਹਨਾਂ ਨੇ ਜੋ ਵੀ ਕੀਤਾ ਹੁਣ ਉਹ ਸਾਨੂੰ ਪਤਾ ਲੱਗਿਆ ਆਊਟ ਆਫ ਡੇਂਜਰ ਆ। ਸਵੇਰੇ ਅਸੀਂ ਮਿਲ ਕੇ ਆਏ ਹਾਂ ਜਥੇਬੰਦੀ ਵੱਲੋਂ, ਤੇ ਉੱਦਾਂ ਉਹਨਾਂ ਦੀ ਹਾਲਤ ਹਜੇ ਠੀਕ ਨਹੀਂ, ਪਰ ਆਊਟ ਆਫ ਡੇਂਜਰ। ਅੱਛਾ, ਇਹ ਧਰਨਾ ਤੁਹਾਡਾ ਪਰਮਾਨੈਂਟ ਆ ਜਾਂ? ਹਾਂਜੀ, ਇਹ ਅਸੀਂ ਕਲੀਅਰ ਕਰ ਦਈਏ ਜੀ ਬਈ ਅਸੀਂ ਆਪਣੇ ਕਿਸਾਨਾਂ ਤੋਂ, ਆਪਣੇ ਮਜ਼ਦੂਰ ਭਾਈਆਂ ਤੋਂ ਬਹੁਤ ਕੁਝ ਸਿੱਖਿਆ। ਔਰ ਅਸੀਂ ਇਹ ਸਿੱਖਿਆ, ਅਕਸਰ ਇਹ ਹੁੰਦਾ ਸੀ ਵੀ ਕਾਲਜ ਪ੍ਰੋਫੈਸਰ ਤਾਂ ਜੀ ਇਹ ਸੋਫਿਆਂ ਤੇ ਬਹਿਣ ਵਾਲੇ ਲੋਕ ਨੇ, ਇਹ ਤਾਂ ਜੀ ਕੁਰਸੀਆਂ ਤੇ ਬਹਿਣ ਵਾਲੇ ਲੋਕ ਨੇ। ਅਸੀਂ ਕਿਹਾ ਨਹੀਂ, ਅਸੀਂ ਇੱਥੇ ਅਣਮਿੱਥੇ ਸਮੇਂ ਦਾ ਧਰਨਾ ਰੱਖਿਆ, ਦਿਨ ਰਾਤ ਦਾ ਧਰਨਾ। ਤੁਸੀਂ ਸਾਡੇ ਕੋਲ 2 ਵਜੇ ਵੀ ਆਓਗੇ ਤੇ 2 ਵਜੇ ਵੀ ਅਸੀਂ ਜਾਗਦੇ ਮਿਲਾਂਗੇ ਤੁਹਾਨੂੰ ਇੱਥੇ। ਸੋ ਉਨੇ ਦਿਨ ਬੈਠਾਂਗੇ, ਚਾਹੇ 50 ਦਿਨ ਹੋਣ, ਚਾਹੇ 100 ਦਿਨ ਹੋਵੇ, ਕਿਉਂਕਿ 300 ਦਿਨ ਤਾਂ ਉਹ ਨਹੀਂ ਚੱਲੇ ਕੇਂਦਰ ਸਰਕਾਰ ਵਾਲੇ, ਤਾਂ ਇੱਥੇ ਇਹਨਾਂ ਨੇ ਇਹਨਾਂ ਦਾ ਅੰਦਰ ਹੈ ਨਹੀਂਗਾ, ਡਰਪੋਕ ਮੈਨੇਜਮੈਂਟਾਂ ਨੇ, ਸਾਨੂੰ ਵੀ ਪਤਾ। ਬਸ ਇਹ ਹੈ ਵੀ ਸਾਡਾ ਏਕਾ ਚਾਹੀਦਾ। ਤੇ ਜਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦੀ ਜਨਤਾ ਸਵੇਰ ਦੀ ਸਾਡੇ ਨਾਲ ਜੁੜ ਰਹੀ ਹੈ, ਜਿਸ ਤਰੀਕੇ ਦੇ ਨਾਲ ਲੇਖਕ ਵਰਗ ਆ ਰਿਹਾ, ਜਿਸ ਤਰੀਕੇ ਦੇ ਨਾਲ ਅਧਿਆਪਕ ਸਕੂਲਾਂ ਦੀਆਂ ਜਥੇਬੰਦੀਆਂ ਆ ਰਹੀਆਂ, ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ, ਹੋਰ ਸੰਸਥਾਵਾਂ ਦੇ ਲੋਕ ਆ ਰਹੇ ਨੇ, ਆਮ ਜਨਰਲ ਪਬਲਿਕ ਜਿਹੜੇ ਸਾਡੇ ਦੁਕਾਨਦਾਰ ਵਪਾਰੀ ਭਰਾ ਨੇ ਉਹ ਆ ਰਹੇ ਨੇ, ਇਹ ਕਮਾਲ ਹੋ ਰਹੀ ਹੈ। ਤੇ ਮੈਨੂੰ ਨਹੀਂ ਲੱਗਦਾ ਵੀ ਇਹ 2-4 ਦਿਨ ਤੋਂ ਬਾਅਦ ਇਹਨਾਂ ਦਾ ਐਡਾ ਮਾਧਾ ਹੋਊਗਾ ਇਹਨਾਂ ਦਾ ਸਾਨੂੰ ਸਹਿਣ ਨੂੰ। ਹਾਂਜੀ ਸਰ, ਕੀ ਨਾਮ ਹੈ ਜੀ ਤੁਹਾਡਾ ਤੇ ਇਹ ਕੀ ਅਹੁਦਾ ਜੀ ਤੁਹਾਡਾ? मैं जी Professor S.P. Anand, and I am director over RSD institutions, that is RSD College and RSD Rajratan Public School. I am a paid employee of the managing committee. ਸਰ, ਇੱਕ ਨਾ RSD ਕਾਲਜ ਦੇ ਗੇਟ ਤੇ ਧਰਨਾ ਲਾਇਆ ਗਿਆ, 3 ਅਧਿਆਪਕ ਨੇ ਜਿਹੜੇ ਉਹ ਕਹਿੰਦੇ ਵੀ ਸਾਨੂੰ ਜਿਹੜਾ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ। ਸਰ, ਉਹ ਕੀ ਮਸਲਾ ਹੈਗਾ ਪੂਰਾ? ਨਹੀਂ ਦੇਖੋ, ਉਹਨਾਂ ਨੂੰ ਦੀ ਟਰਮੀਨੋਲੋਜੀ ਕਿ ਸਾਨੂੰ ਕੱਢ ਦਿੱਤਾ ਗਿਆ ਤੇ ਇੱਕ ਸਰਪਲਸ ਹੋ ਜਾਣਾ, ਵਰਕਲੋਡ ਨਾ ਰਹਿਣਾ, ਕੰਮ ਨਾ ਰਹਿਣਾ, ਇਹ 2 ਚੀਜ਼ਾਂ ਅਲੱਗ-ਅਲੱਗ ਨੇ। ਕੱਢਣਾ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਅਸੀਂ ਕਿਸੇ ਨੂੰ ਟਰਮੀਨੇਟ ਕਰਤਾ, ਠੀਕ ਹੈ, ਉਹਦੀ ਜੌਬ ਹੋਣੀ ਚਾਹੀਦੀ ਹੈ, ਉਹਦੀ ਜੌਬ ਹੈ, ਵਰਕਲੋਡ ਹੈ, ਕੰਮ ਹੈ, ਅਸੀਂ ਨਜਾਇਜ਼ ਢੰਗ ਨਾਲ ਟਰਮੀਨੇਟ ਕਰਤਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਕੱਢਤਾ ਜੀ। ਮੇਰੀ ਗੁਜ਼ਾਰਿਸ਼ ਇਹ ਹੈ ਕਿ ਵੀ ਇਹਨਾਂ 3 ਪ੍ਰੋਫੈਸਰ ਨੂੰ ਕੋਈ ਨਹੀਂ ਕੱਢਿਆ ਨਹੀਂ ਗਿਆ। ਮੈਨੇਜਿੰਗ ਕਮੇਟੀ ਦੀ ਮਾਲੀ ਹਾਲਤ ਨੂੰ ਵੇਖਦੇ ਹੋਏ ਕੁਝ ਕੋਰਸਿਸ ਐਸੇ ਨੇ ਜਿਹੜੇ ਸੈਲਫ ਫਾਈਨੈਂਸਡ ਕੋਰਸਿਸ ਨੇ। ਸੈਲਫ ਫਾਈਨੈਂਸਡ ਕੋਰਸਿਸ ਮੀਨਸ ਫਰਮ ਵੇਅਰ ਵੀ ਡੂ ਨਾਟ ਗੈਟ for those particular courses the college is not getting any grant from any source. It is basically ਉਹ ਇਸ ਤਰ੍ਹਾਂ ਹੈ basically ਕਿ ਵਿਦਿਆਰਥੀ ਹੋਣਗੇ, ਫੀਸਾਂ ਆਉਣਗੀਆਂ, ਉਹਨਾਂ ਦੀਆਂ ਫੀਸਾਂ ਤੋਂ ਖਰਚਾ ਚੱਲੇਗਾ, ਠੀਕ ਹੈ। ਇਸ ਕਰਕੇ ਇਹਨਾਂ ਦਾ ਕੱਢਣ ਦਾ ਕੋਈ ਮਤਲਬ ਨਹੀਂ ਹੈ। ਇਹਨਾਂ ਦੀ ਪੋਸਟਾਂ ਸਰਪਲਸ ਹੋ ਗਈਆਂ, ਵਰਕਲੋਡ ਖਤਮ ਹੋ ਗਏ, ਵਿਦਿਆਰਥੀ ਬਿਲਕੁਲ ਨਹੀਂ ਇਹਨਾਂ ਦੀਆਂ ਕਲਾਸਾਂ 'ਚ। ਅੱਛਾ, ਇਹਨਾਂ ਦੀ ਜਿਹੜੀ ਜੁਆਇਨਿੰਗ ਹੋਈ ਸੀ ਕਿ ਉਹ ਕਲਾਸਾਂ ਦੇ ਹਿਸਾਬ ਨਾਲ ਹੋਈ ਸੀ ਜਾਂ ਪੰਜਾਬੀ ਸਬਜੈਕਟ ਦੇ ਹਿਸਾਬ ਨਾਲ? ਉਹ ਕਹਿੰਦੇ ਵੀ ਸਾਨੂੰ ਤਾਂ ਪੰਜਾਬੀ ਦੇ ਸਬਜੈਕਟ 'ਚ ਸਾਡੀ ਜੁਆਇਨਿੰਗ ਹੋਈ ਸੀ, ਨਾ ਕਿ ਸਟੂਡੈਂਟ ਆਉਣਗੇ ਜਾਂ ਨਹੀਂ ਆਉਣਗੇ, ਹੋਰ ਵੀ ਕਲਾਸਾਂ ਹੈਗੀਆਂ, ਅਸੀਂ ਉਹਨਾਂ ਨੂੰ ਪੜ੍ਹਾ ਸਕਦੇ ਹਾਂ, ਲੋੜ ਤਾਂ ਹੈਗੀ। ਉਹ ਕਹਿੰਦੇ ਵੀ 2 ਟੀਚਰ ਆਲਰੇਡੀ ਘੱਟ ਸੀਗੇ, ਹਾਲਾਂਕਿ ਜੇ ਉਹ ਵੀ ਪੂਰੇ ਹੋ ਜਾਣ ਤਾਂ ਫਿਰ ਵੀ ਮਤਲਬ ਬੜੀ ਮੁਸ਼ਕਲ ਨਾਲ ਜਿਹੜਾ ਕਾਲਜ ਆ ਉਹਦਾ ਪੂਰਤੀ ਹੁੰਦੀ ਹੈ, ਪਰ ਸਾਨੂੰ ਤਾਂ ਇਹਨਾਂ ਨੇ ਸਾਈਡ ਤੇ ਕਰਤਾ, ਲੋੜ ਸੀ ਸਾਡੀ ਤਾਂ। ਨਹੀਂ, ਇਹ ਦੇਖੋ, ਹਰ ਚੀਜ਼ ਨੂੰ ਆਪਣਾ ਇੰਟਰਪ੍ਰੀਟ ਕਰਨ ਦਾ ਤਰੀਕਾ ਹੈ, ਠੀਕ ਹੈ। ਸਾਡੀ ਮੈਨੇਜਿੰਗ ਕਮੇਟੀ ਹੈ ਜਿਹੜੀ ਬੜੀ ਦਰਿਆ ਦਿਲੀ ਦੇ ਨਾਲ ਹਮੇਸ਼ਾ ਹੀ ਬੜੇ ਪੋਜ਼ਿਟਿਵ ਢੰਗ ਨਾਲ ਚੱਲੀ ਹੈ। ਹੁਣ ਇਹ ਗੱਲ ਕਹਿਣਾ ਕਿ ਸਾਨੂੰ ਸਿਰਫ ਇਸੇ ਕਲਾਸ ਵਾਸਤੇ ਜਾਂ ਪੰਜਾਬੀ ਵਾਸਤੇ ਰੱਖਿਆ ਗਿਆ ਸੀ, ਪੰਜਾਬੀ ਦੀ ਕਲਾਸ ਜਿਹਨੂੰ ਮਰਜ਼ੀ ਦੇ ਦਿਓ। ਜਦੋਂ MA ਪੰਜਾਬੀ MA ਹਿਸਟਰੀ ਸਟਾਰਟ ਕੀਤੀ ਗਈ, ਠੀਕ ਹੈ, ਉਦੋਂ ਪੋਸਟ ਐਡਵਰਟਾਈਜ਼ ਹੋਈਆਂ, ਉਹਨਾਂ ਦੇ ਅਗੇਂਸਟ ਇਹਨਾਂ ਦੀ ਅਪਾਇੰਟਮੈਂਟ ਹੋਈ, ਰਾਈਟ। ਐਂਡ ਫॉर द ਲਾਸਟ ਸੋ ਮੈਨੀ ਈਅਰਸ ਆਲਮੋਸਟ ਇੰਟਾਇਰ ਤਕਰੀਬਨ ਸਾਰਾ ਜਾਂ ਮੈਜੋਰਿਟੀ ਵਰਕਲੋਡ ਜਿਹੜਾ ਸੀਗਾ ਇਹਨਾਂ ਕੋਲੋਂ ਥਰੂ ਆਊਟ MA ਦਾ ਰਿਹਾ। ਹਿਸਟਰੀ ਵਾਲਿਆਂ ਦਾ MA ਦਾ ਜਿਹੜਾ ਟੀਚਰ ਹੈ ਪੋਰੀਵਾਲ, ਮਿਸਟਰ ਪੋਰੀਵਾਲ, ਉਹਨਾਂ ਕੋਲ MA ਦਾ ਰਿਹਾ। ਔਰ ਜਿਹੜੇ ਮਿਸਟਰ ਕੁਲਦੀਪ ਸਿੰਘ ਨੇ, ਮੈਡਮ ਮਨਜੀਤ ਕੌਰ ਨੇ, ਇਹਨਾਂ ਕੋਲ MA ਪੰਜਾਬੀ ਦੀਆਂ ਕਲਾਸਿਸ ਰਹੀਆਂ, ਠੀਕ ਹੈ। ਹੁਣ ਪਹਿਲਾਂ ਜਦ ਤੱਕ ਸਟਰੈਂਥ ਠੀਕ ਸੀਗੀ, ਦੇ ਵਰ ਹੈਪੀ ਵਿਦ ਥੀਸ ਕਲਾਸਿਸ, ਰਾਈਟ। ਜਦੋਂ ਸਟਰੈਂਥ ਹੌਲੀ ਹੌਲੀ ਘਟਣੀ ਸ਼ੁਰੂ ਹੋਈ, ਉਦੋਂ ਆਈ ਕੈਨ ਓਨਲੀ ਸੇ ਕਿ ਉਦੋਂ ਇਹਨਾਂ ਨੇ ਜ਼ਿਆਦਾ ਇਸ ਬਾਰੇ ਕੋਸ਼ਿਸ਼ ਨਹੀਂ ਕੀਤੀ ਜਾਂ ਰਹਿ ਗਈ, ਜਾਂ ਜੋ ਸਮਾਜਿਕ ਅਨਫੋਰਚੂਨੇਟਲੀ ਢਾਂਚਾ ਬਣ ਗਿਆ ਕਿ +2 ਤੋਂ ਬਾਅਦ ਬੱਚੇ ਬਾਹਰ ਜਾਣੇ ਸ਼ੁਰੂ ਹੋ ਗਏ,
BA कोई करेगा तो अगा MA च आएगा, BA च एडमिशन घट गई, MA वास्ते एडमिशन होर घट गई, राइट। इन्हां गल्लां करके जदों थल्लियों फीडिंग क्लासिस दे विच घट गया काम, तो उपर MA करने वाले तो बच्चे बहुत घट रह गए। एक नंबर 2 एक कोई भी कारण है कि MA तो बाद अगर तुसी लैक्चरर लगना है तो तुसी नैट क्लीयर करो, PhD करो। ਹੁਣ बड़े बच्चे ऐसे ने ਜਿਹੜੇ MA तो बाद नैट क्लीयर करना, PhD करना ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੱਚੇ MA ਜੁਆਇਨ ਨਹੀਂ ਕਰਦੇ। ਮੈਂ ਆਈ ਵਿਲ ਕੱਟ ਇਟ ਸ਼ਾਰਟ। ਹੁਣ ਹੋਇਆ ਇਹ ਹੈ ਕਿ ਵੀ ਇਹਨਾਂ ਦਾ ਸਟਰੈਂਥ ਘਟ ਗਈ, ਇਹਨਾਂ ਦੀ ਸਟਰੈਂਥ ਘਟ ਗਈ। ਪਿਛਲੇ 2-3 ਸਾਲ ਤੋਂ ਮੈਨੇਜਿੰਗ ਕਮੇਟੀ, ਮੈਂ ਪੁਆਇੰਟ ਤੇ ਆ ਰਿਹਾ, 2-3 ਸਾਲ ਤੋਂ ਮੈਨੇਜਿੰਗ ਕਮੇਟੀ ਨੂੰ ਕਹਿ ਰਹੀ ਸੀ ਵੀ ਤੁਹਾਡੀ ਸਟਰੈਂਥ ਘਟ ਰਹੀ ਹੈ, ਤੁਹਾਡੇ ਕਰਕੇ ਡੈਫੀਸਿਟ ਜਾ ਰਹੇ ਆ, ਕੋਈ ਪੈਸੇ ਨਹੀਂ ਆ ਰਹੇ ਔਰ ਤੁਹਾਨੂੰ ਤਨਖਾਹ ਪੂਰੀ ਦੇਣੀ ਪੈਂਦੀ ਹੈ। 6th पे कमीशन इन्हों का लागू होया होया, 85 हज़ार रुपया तनख्वाह है, भी इन्ने पैसे तो आते ही नहीं, ठीक है। हुण नाले इन्होंने भी दसता कि भी एज पर यूनीवर्सिटी नॉर्म्स रिकॉर्ड जोड़ा यूनीवर्सिटी का कैलेंडर है, वो मुताबिक सानू ये क्लासां बंद करनियां पैणगियां जे इन्हां च स्ट्रैंथ पूरी ना हुई थी। आई हैव गॉट पेपर्स विद मी, आई कैन शो दैम कि पिछले 50 सालों तो इन्हां दी जिहड़ी क्लास की स्ट्रैंथ है किसी की भी तकरीबन 10 दी नहीं हैगी। तो यूनीवर्सिटी की रिक्वायरमेंट है कि भी क्लास स्टार्ट करनी है तो 10 बच्चे जरूर चाहिए, ठीक है। हुण इन्हां दियां क्लासिस च बच्चे 10 नहीं, ना हिस्टरी च ना MA पंजाबी दे विच। इस करके मैनेजिंग कमेटी नूं ये देख के कि पिछले यूनीवर्सिटी ने पिछले 3 साल का रिकॉर्ड मंगया, 20, 21, 22, 23 उन्होंने टाइम टेबल गया, उन्होंने बच्चों की स्ट्रैंथ गई है। ये सारे रिकॉर्ड जोड़े ने यूनीवर्सिटी नूं 9/1/2023 नूं अल्टीमेटली अपलाई करना पिया कि भी असी ये क्लासिस नहीं चला सकते। यूनीवर्सिटी ने मतलब मैनेजिंग कमेटी ने मता पास किया, मैनेजिंग कमेटी ने मता पास किया, मते च यूनैनिमसली डिसाइड होया कि जी ये क्लासिस नहीं चल सकदियां, तो यूनीवर्सिटी नूं अपलाई किया गया जी असी ये क्लासां अगां तो नहीं चलाणीआं। यूनीवर्सिटी ने की रिप्लाई किया जी? अच्छा, यूनीवर्सिटी ने साडे कोलों मंगया कि भी तुसी रिकॉर्ड दिओ, आ यूनीवर्सिटी का पेपर है, ये सानू 1-2 असी उन्होंने अपलाई किया 9/1/2023 नूं, उन्होंने 1-2 मतलब कोई तुसी ला लो कि 27-28 दिन बाद, ठीक है। उन्होंने सानू ये गल कही कि भी तुसी सानू ये दसो कि भी जिहड़ा तुहाडे कोल जिहड़े फर्स्ट ईयर, सैकेंड ईयर, थर्ड ईयर वो तुहाडी स्ट्रैंथ की है। एक उन्होंने साढ़े ते एक कंसलाई द डिसकंटिन्यूएशन इन रिस्पैक्ट ऑफ ईच इंटैग्रेटेड कोर्स ऑफ स्टडी सब्जेक्ट फॉर विच इट इज़ एफिलिएटेड शैल बी इन स्टेजेस एज अंडर। की स्टेज है कि इन द फर्स्ट ईयर एडमिशन टू पार्ट 1 क्लासेस विल बी डिसकंटिन्यूड एंड एडमिशंस टू पार्ट 2nd एंड 3rd विल कंटिन्यू। मतलब ये होया MA के केस हो गया कि असी जब पहले साल अगर एडमिशन बंद करांगे तो नंबर 1 MA पार्ट 1 की बंद करांगे, दूजे साल असी MA पार्ट 2 की कर सकते हैं। साढ़े कोले अगर MA पार्ट 2 च 2 बच्चे भी आते हैं, 3 भी आते हैं, सानू वो भी एडमिट करने पैणगे, वो भी पढ़ाने पैणगे। वी आर फॉलोइंग दैट, असी उस गल नूं फॉलो कर रहे हैं, ठीक है। असी यूनीवर्सिटी दियां इस कंडीशनस के मुताबिक अपना पेपर बनाया और यूनीवर्सिटी नूं असी वो पेपर जो वो 7/2 नूं भेज दिता। उन्होंने सानू 1-2 नूं पुछया, 1-2 नूं, 7/2 नूं टोटल चला गया। इधरले पासे एज पर PU कैलेंडर लिखा, ठीक है, एज पर PU कैलेंडर पंजाब यूनिवर्सिटी कैलेंडर की चाहता है। इधर लिख दिता एज पर RSD कॉलेज ट्रस्ट एंड मैनेजमेंट सोसाइटी रजिस्टर्ड गवर्निंग बॉडी, ठीक है। पहला सीगा नॉट एप्लीकेबल, दूजे च जवाब देता जिस जी साढ़े रजिस्ट्रेशन नंबर है जो साढ़े को, राइट। इस तरीके नाल आ देखो बड़ी इंटरस्टिंग चीज़ है, तुसी पुछ लई। साढ़े को 21-22 दे विच MA पंजाबी फर्स्ट दे 9 बच्चे सन, ठीक है। हुण आ देखो नवंबर 1922 बच्चे ने MA पंजाबी च 9। सब तो इंटरस्टिंग गल वेखो ध्यान नाल, ये नवंबर च 9 ने तो जनवरी च साढ़े कोल बच्चे किन्ने रह गए 4। मतलब 6 महीनों एक समैसटर च बच्चे 5 डाउन आ गए, पूरा साल नहीं, 6 महीनों, ठीक है। इस हिसाब नाल ये स्ट्रैंथ घटती जा रही है। 7, 4, 5, 3 MA हिस्टरी, ठीक है।
8 ਐਮਏ ਹਿਸਟਰੀ ਸੈਕੰਡ, ਉਹ 8 ਤਾਂ ਹੋ ਗਏ ਕਿਉਂਕਿ 1 'ਚ ਬੱਚੇ ਜ਼ਿਆਦਾ ਸੀ, ਸੈਕੰਡ 'ਚ ਜ਼ਿਆਦਾ ਚਲੇ ਗਏ। ਇਹ ਫਿਰ ਤੁਸੀਂ ਜਿਹੜੇ ਬੱਚੇ ਘਟ ਗਏ ਤੇ ਇਸ ਤੋਂ ਬਾਅਦ ਇਹ ਜਿਹੜੀਆਂ ਕਲਾਸਾਂ ਨੇ ਬੰਦ ਕਰ ਦਿੱਤੀਆਂ? ਨਾ, ਹਜੇ ਨਹੀਂ ਕੀਤੀਆਂ, ਹਜੇ ਨਹੀਂ। ਇਹ ਹਜੇ ਯੂਨੀਵਰਸਿਟੀ ਨੂੰ ਗਿਆ, ਇਹ ਸਾਰਾ ਚਾਰਟ ਯੂਨੀਵਰਸਿਟੀ ਨੂੰ ਗਿਆ। ਫਿਰ ਜਿਹੜੇ ਟੀਚਰ ਤੁਸੀਂ ਉੱਥੋਂ ਉਹਨਾਂ ਨੂੰ ਭੇਜਤਾ ਉਹ ਕੀ ਕੰਸੈਪਟ? ਨਾ ਉਹ ਇਹ ਚਾਰਟ ਗਿਆ ਨਾ 7/2/23 ਨੂੰ, ਠੀਕ ਹੈ। ਉਹ ਰਿਲੀਵ ਤੇ ਇਹਨਾਂ ਨੂੰ ਜੁਲਾਈ 'ਚ ਕੀਤਾ। ਓਕੇ, ਉਹ ਯੂਨੀਵਰਸਿਟੀ ਦੇ ਆਰਡਰਾਂ ਦੇ ਫਿਰ ਕੀਤਾ ਗਿਆ? ਯੂਨੀਵਰਸਿਟੀ ਨੇ ਕਿਹਾ? ਨਾ ਯੂਨੀਵਰਸਿਟੀ ਨੂੰ ਅਸੀਂ ਸਾਰਾ ਰਿਕਾਰਡ ਭੇਜਤਾ, ਉਹਨਾਂ ਨੇ ਸਾਡਾ ਕੋਲ ਸਾਰਾ ਰਿਕਾਰਡ ਮੰਗ ਲਿਆ, ਅਸੀਂ ਉਹਨਾਂ ਨੂੰ ਸਾਰਾ ਰਿਕਾਰਡ ਭੇਜ ਦਿੱਤਾ। ਅੱਛਾ, ਯੂਨੀਵਰਸਿਟੀ ਨੇ ਸਾਡੇ ਕੋਲੋਂ ਇਹ ਵੀ ਮੰਗਿਆ ਕਿ ਤੁਸੀਂ ਟੀਚਰ ਦੱਸੋ ਕਿਹੜੇ ਕਿਹੜੇ ਨੇ, ਅਸੀਂ ਟੀਚਰਾਂ ਦਾ ਵੀ ਦੱਸਤਾ ਵੀ ਕਿਹੜੇ ਕਿਹੜੇ ਟੀਚਰ ਨੇ, ਇਹ ਵੀ ਗੱਲ ਨਹੀਂ ਲੁਕੋਈ, ਠੀਕ ਹੈ। ਯੂਨੀਵਰਸਿਟੀ ਨੂੰ ਵੀ ਚਲਾ ਗਿਆ। ਫਿਰ ਅਸੀਂ ਜਦੋਂ ਵੇਖਿਆ ਕਿ ਦੂਜੇ ਮਹੀਨੇ ਤੋਂ ਬਾਅਦ ਯੂਨੀਵਰਸਿਟੀ ਨੇ ਤਾਂ ਸਾਡੇ ਨਾਲ ਗੱਲ ਹੀ ਕੋਈ ਨਹੀਂ ਕੀਤੀ, ਅਗਾਂਹ ਐਡਮਿਸ਼ਨਾਂ ਚੱਲਣੀਆਂ, ਫਿਰ ਕੀ ਕਰਾਂਗੇ? ਅਸੀਂ ਯੂਨੀਵਰਸਿਟੀ ਨੂੰ 24/5/2023 ਨੂੰ ਸਿੱਧੀ ਲੈਟਰ ਲਿਖੀ ਮੈਂਸ਼ਨ ਕਰਕੇ ਵੀ ਅਸੀਂ ਫਲਾਣੀ ਤਰੀਕ ਨੂੰ ਤੁਹਾਨੂੰ ਅਪਲਾਈ ਕੀਤਾ ਸੀ, ਤੁਸੀਂ ਹਜੇ ਤੱਕ ਇਹਦੇ ਬਾਰੇ ਕੁਝ ਨਹੀਂ ਕੀਤਾ, ਠੀਕ ਹੈ। ਇਸ ਕਰਕੇ ਅਸੀਂ ਆਹ ਸਾਫ਼ ਲਿਖ ਦਿੱਤਾ ਕਿ 9/1/23 ਦਾ ਸਾਡਾ ਅਪਲਾਈ ਕੀਤਾ ਹੋਇਆ ਹੈ। ਇਟ ਇਜ਼ ਅਗੇਨ ਸਬਮਿਟਡ ਦੈਟ ਡਿਊ ਟੂ extreme financial crisis and due to loss of strength in the mentioned courses, the college is not in a position to run these classes and pay the salaries to the teachers. This is for your kind information, please. Thanking you. ਆ ਦੇਖੋ, ਇਹ 24/5 ਨੂੰ ਅਸੀਂ ਯੂਨੀਵਰਸਿਟੀ ਨੂੰ ਲਿਖਤਾ, ਠੀਕ ਹੈ। ਸਾਡੇ ਕੋਲ ਐਡਮਿਸ਼ਨਾਂ ਨਹੀਂ ਹੈਗੀਆਂ, ਸਾਡੇ ਕੋਲ ਬਹੁਤ ਫਾਈਨੈਂਸ਼ੀਅਲ ਕੰਸਟ੍ਰੇਂਟ ਹੈ, ਅਸੀਂ ਇਹਨਾਂ ਕਲਾਸਿਸ ਨੂੰ ਰਨ ਨਹੀਂ ਕਰ ਸਕਦੇ। ਯੂਨੀਵਰਸਿਟੀ ਨੇ ਕੀ ਕਿਹਾ? ਚੁੱਪ, ਯੂਨੀਵਰਸਿਟੀ ਚੁੱਪ, ਠੀਕ ਹੈ। ਸਾਡੇ ਬਾਰ-ਬਾਰ ਕਹਿੰਦੇ ਯੂਨੀਵਰਸਿਟੀ ਜਿਹਨੂੰ ਕਹਿੰਦੇ ਨਾ ਕਿ ਜਾਗਣ ਵਾਲੀ ਗੱਲ, ਉਹਨਾਂ ਨੇ ਇੱਕ ਇਨਸਪੈਕਸ਼ਨ ਕਮੇਟੀ ਬਣਾਤੀ, ਉਹਦਾ ਕਹਿਤਾ ਅਸੀਂ ਇਹ 5ਵੇਂ ਮਹੀਨੇ ਦੀ ਲੈਟਰ ਆਏ, 5ਵੇਂ ਮਹੀਨੇ ਦੀ ਉਹਨਾਂ ਨੇ ਇਨਸਪੈਕਸ਼ਨ ਕਮੇਟੀ ਬਣਾਈ 11/7 ਦੀ, 11/7/23 ਨੂੰ ਆ ਇਨਸਪੈਕਸ਼ਨ ਕਮੇਟੀ ਦੀ ਇਨਫੋਰਮੇਸ਼ਨ ਹੈ ਯੂਨੀਵਰਸਿਟੀ ਵੱਲੋਂ ਸਾਨੂੰ ਆਈ, ਠੀਕ ਹੈ। ਇਹ 11/7 ਤੋਂ ਸਾਨੂੰ ਉਹਨੇ ਲਿਖਿਆ ਕਿ ਇਨਸਪੈਕਸ਼ਨ ਕਮੇਟੀ ਫਿਰੋਜ਼ਪੁਰ ਆਏਗੀ, ਕਿਉਂਕਿ ਮੇਰੇ ਕੋਲੇ ਪ੍ਰੂਵ ਕਰਨ ਦਾ ਤਰੀਕਾ ਨਹੀਂ ਗਾ, ਇਸ ਕਰਕੇ ਮੈਂ ਕਹਿੰਦਾ ਨਹੀਂ, ਲੇਕਿਨ ਥਿੰਗਸ ਵਰ ਬੀਇੰਗ ਮੈਨੇਜਡ, ਵੀ ਜਿੰਨਾ ਡਿਲੇ ਹੋ ਜਾਏ ਚੰਗਾ, ਜਿੰਨਾ ਡਿਲੇ ਹੋ ਜਾਏ ਚੰਗਾ। ਮੈਂ ਰਿਪੋਰਟ ਕਰਦਾ, ਮੇਰੇ ਕੋਲ ਇਸ ਚੀਜ਼ ਦਾ ਕੋਈ ਪ੍ਰੂਫ ਨਹੀਂ ਹੈ, ਬਟ ਇਟ ਇਜ਼ ਜਸਟ ਪੁਟਿੰਗ 2 and 2 ਟੂਗੇਦਰ, ਠੀਕ ਹੈ। ਯੂਨੀਵਰਸਿਟੀ ਨੂੰ ਕੀ ਇੰਟਰਸਟ ਹੈ ਕਿ ਸਾਨੂੰ ਡਿਲੇ ਕਰ ਰਹੀ ਹੈ ਇਸ ਗੱਲ? ਥਿੰਗਸ ਵਰ ਵਰਕਿੰਗ, ਸਰਟਨ ਥਿੰਗ ਫੋਰਸਿਸ ਵਰ ਵਰਕਿੰਗ ਲਾਈਕ ਦੈਟ। ਫਿਰ ਅਸੀਂ ਉਹਨਾਂ ਨੇ ਸਾਡੇ ਕੋਲ ਜੋ ਮੰਗਿਆ ਸੀਗਾ, ਅਸੀਂ ਉਹਨਾਂ ਨੂੰ 17 ਤਰੀਕ ਨੂੰ ਉੱਥੇ ਜਾ ਕੇ ਇਹ ਪ੍ਰਿੰਸੀਪਲ ਨੇ ਸਾਰੇ ਪੇਪਰਸ ਉਹਨਾਂ ਨੂੰ ਸਬਮਿਟ ਕਰਤੇ। ਉਹਨਾਂ ਨੇ ਸਾਡੇ ਕੋਲ ਮੰਗਿਆ ਸਟੂਡੈਂਟ ਸਟਰੈਂਥ ਫॉर द ईयर 2021, 21, 22, 23, ਅਸੀਂ ਇਹ ਦੇ ਦਿੱਤੀ, ਘਟਦੀ ਗਈ ਸਟਰੈਂਥ, ਲਗਾਤਾਰ ਸਟਰੈਂਥ ਥੱਲੇ ਚਲੀ ਗਈ। ਅਕੈਡੈਮਿਕ ਟਾਈਮ ਟੇਬਲ ਫॉर ਦਿਸ ਸੈਸ਼ਨ 21/22, 20, 21, 22, 23, 3 ਸਾਲ ਦਾ ਉਹਨਾਂ ਨੂੰ ਟਾਈਮ ਟੇਬਲ ਦੇ ਦਿੱਤਾ ਕਿ 3 ਸਾਲਾਂ 'ਚ ਇਹਨਾਂ ਦੀਆਂ ਕਲਾਸਾਂ ਲੱਗਦੀਆਂ ਰਹੀਆਂ, ਲੇਕਿਨ ਸਟਰੈਂਥ ਬਹੁਤ ਘੱਟ ਸੀ, ਰਾਈਟ। ਅਕੈਡੈਮਿਕ ਟਾਈਮ ਟੇਬਲ ਫॉर ਦਿਸ ਸੈਸ਼ਨ, ਅਕੈਡੈਮਿਕ ਟਾਈਮ ਟੇਬਲ ਵੀ ਦੇ ਦਿੱਤਾ, ਪੇ ਸਕੇਲ ਵੀ ਦੱਸਦਾ ਵੀ ਇਹਨਾਂ ਨੂੰ ਪੇ ਸਕੇਲ ਕੀ ਸੀ ਕੀ ਨਹੀਂ ਸੀ, ਉਹ ਵੀ ਹੋ ਗਿਆ। ਇਹ ਸਾਡੀ ਲੈਟਰ ਯੂਨੀਵਰਸਿਟੀ ਨੂੰ ਚਲੀ, ਉਹਨਾਂ ਕੋਲ ਅਸੀਂ ਦਿੱਤੀ 14/7 ਨੂੰ, 14/7 ਨੂੰ। ਹੁਣ 14/7 ਤੋਂ ਬਾਅਦ ਅੱਜ ਤੱਕ ਯੂਨੀਵਰਸਿਟੀ ਚੁੱਪ ਬੈਠੀ ਹੈ। ਅਸੀਂ ਇਹਨਾਂ ਨੂੰ ਰਿਲੀਵ ਕੀਤਾ 1 ਤਰੀਕ ਨੂੰ। ਜਦੋਂ ਤੁਸੀਂ ਰਿਲੀਵ ਕਰਤਾ ਇਹਨਾਂ ਨੂੰ, ਕਿ ਉਹਦੇ 'ਚ ਜਿਹੜਾ ਰਿਲੀਵ ਕਰਨਾ ਸੀਗਾ ਕਿ ਉਹ ਕਾਲਜ ਵੱਲੋਂ ਰਿਲੀਵ ਕਰ ਦੇਣਾ ਬਣਦਾ ਸੀ ਜਾਂ ਕਾਲਜ ਵੱਲੋਂ? ਯੂਨੀਵਰਸਿਟੀ ਨੂੰ ਕਹਿਣਾ? ਨਹੀਂ, ਯੂਨੀਵਰਸਿਟੀ ਨੇ ਕਰਨਾ? ਨਹੀਂ, ਯੂਨੀਵਰਸਿਟੀ ਨੇ ਰਿਲੀਵ ਨਹੀਂ ਕਰਨਾ, ਕਾਲਜ ਨੇ ਕਰਨਾ। ਕਾਲਜ ਨੇ ਰਿਲੀਵ ਕਰਨਾ। ਯੂਨੀਵਰਸਿਟੀ ਨੇ ਇਨਕੁਆਇਰੀ ਜਿਹੜੀ ਇਨਸਪੈਕਸ਼ਨ ਕਮੇਟੀ ਬਣਾਈ ਸੀਗੀ, ਉਸ ਇਨਸਪੈਕਸ਼ਨ ਕਮੇਟੀ ਦੇ ਬਾਰੇ ਉਹ ਚੁੱਪ ਕਰਕੇ ਬੈਠੇ ਰਹੇ। ਹੁਣ ਅਸੀਂ ਕਿਉਂਕਿ ਉਹਨਾਂ ਨੂੰ 25 ਤਰੀਕ ਦੀ 4ਥੇ ਮਹੀਨੇ ਦੀ ਚਿੱਠੀ ਪਾਈ ਸੀ ਕਿ ਭਈ ਅਸੀਂ ਐਡਮਿਸ਼ਨ ਨਹੀਂ ਕਰਨੀਆਂ, ਕਿਉਂਕਿ ਸਾਡੇ ਕੋਲ ਤਨਖਾਹਾਂ ਨਹੀਂ ਹੈਗੀਆਂ ਦੇਣ ਵਾਸਤੇ, ਅਸੀਂ ਇਹਨਾਂ ਨੂੰ ਨਹੀਂ ਰੱਖਣਾ। ਇਹ ਅਸੀਂ ਉਹਨਾਂ ਨੂੰ 5ਵੇਂ ਮਹੀਨੇ ਦੀ ਲੈਟਰ ਪਾਈ ਹੋਈ ਹੈ, ਠੀਕ ਹੈ। ਯੂਨੀਵਰਸਿਟੀ ਡਿਡਨਟ ਬਾਦਰ ਅਬਾਊਟ ਇਟ, ਬਟ ਵਟ ਸ਼ੁੱਡ ਦਾ ਕਾਲਜ ਡੂ? ਮੈਨੇਜਿੰਗ ਕਮੇਟੀ ਕਿੱਥੋਂ ਪੈਸਾ ਲੈ ਕੇ ਆਏ? 1 ਲੱਖ ਰੁਪਇਆ ਮਹੀਨੇ ਸਾਲ ਦੀ ਇਨਕਮ ਨਹੀਂ ਹੈ ਇਹਨਾਂ ਕੋਰਸਿਸ ਦੀ, ਔਰ 2.5 ਲੱਖ ਰੁਪਇਆ ਮਹੀਨੇ ਦੀ ਤਨਖਾਹ ਹੈ। 24 ਲੱਖ ਤੋਂ ਜ਼ਿਆਦਾ ਹੋ ਗਿਆ, 30 ਲੱਖ ਦੇ ਕਰੀਬ ਸਾਲ ਦੀ ਤਨਖਾਹ, ਠੀਕ ਹੈ। ਤੇ ਸਾਲ ਦੀ ਕਮਾਈ 1 ਲੱਖ ਰੁਪਇਆ ਵੀ ਨਹੀਂ, ਕਾਲਜ ਕਿੱਥੇ ਜਾਏਗਾ? ਦੇਖੋ ਮੇਰੀ ਬੇਨਤੀ ਹੈ, ਇਹ 100 ਸਾਲ ਪੁਰਾਣਾ ਇੰਸਟੀਟਿਊਸ਼ਨ ਹੈ, ਔਰ ਇਸ ਇੰਸਟੀਟਿਊਸ਼ਨ ਨੇ ਬੜੇ ਵੱਡੇ ਨੇਤਾ ਜਰਨੈਲ ਪੈਦਾ ਕੀਤੇ ਆ। ਹੁਣ ਕਾਲਜ ਨੂੰ ਡੁੱਬਣ ਤੋਂ ਬਚਾਉਣਾ ਕਿ ਕਾਲਜ ਨੂੰ ਡੁੱਬਣਾ ਹੈ?
ਪਰ ਜਿਹੜੇ ਤੁਸੀਂ ਉਹਨਾਂ ਨੂੰ ਰਿਲੀਵ ਕਰਤਾ ਇਸ ਹਾਂ। ਕਾਲਜ ਚੋਂ, ਉਹ ਤੁਹਾਡੇ ਯੂਨੀਵਰਸਿਟੀ ਕੈਲੰਡਰ ਮੁਤਾਬਕ ਹੀ ਤੁਸੀਂ ਬਿਲकुल ਕੀਤਾ? 100%, ਬਿਲकुल 100%, क्योंकि मैं तुहानू कागज ही ਕਾਲਜ ਕਰ ਸਕਦਾ, ਬਿਲਕੁਲ ਕਰ Calendar ਸਕਦਾ, ਇਹ ਗੱਲ ਬਿਲਕੁਲ। ਕਹਿੰਦਾ ਵੀ ਕਾਲਜ ਰਿਲੀਵ ਕਰ ਸਕਦਾ। ਯੈਸ ਕਾਲਜ ਕੋਲੇ ਪਾਵਰ ਆ। ਯੈਸ, ਸਾਡੇ ਕੋਲ ਪਾਵਰ ਹੈ, ਸਾਡੇ ਕੋਲ ਪਾਵਰ ਹੈ। ਅਸੀਂ ਉਹਨਾਂ ਨੂੰ ਯੂਨੀਵਰਸਿਟੀ ਨੂੰ ਲਗਾਤਾਰ ਕੀਤੀ ਗਏ। ਉਹਨਾਂ ਨੇ ਸਾਨੂੰ ਜਦੋਂ ਇਹ ਅਸੀਂ ਰਿਲੀਵ ਕੀਤਾ, ਆਈਲ ਬੀ ਫ੍ਰੀ ਐਂਡ ਫਰੈਂਕ ਟੂ ਸੇ ਦਿਸ, ਜਦੋਂ ਅਸੀਂ ਇਹਨਾਂ ਨੂੰ ਰਿਲੀਵ ਕੀਤਾ, ਠੀਕ ਹੈ, ਇਹ 1 ਤਰੀਕ ਨੂੰ ਰਿਲੀਵ ਹੋਏ ਨੇ, ਇਹ 1 ਤਰੀਕ ਨੂੰ ਯੂਨੀਵਰਸਿਟੀ ਚਲੇ ਗਏ। ਇਹ ਆਪ ਗਏ ਜਾਂ ਇਹਨਾਂ ਦੇ ਨੁਮਾਇੰਦੇ ਗਏ, ਜੋ ਵੀ ਜਿਹੜਾ ਵੀ ਕੋਈ ਗਿਆ, ਇਹਨਾਂ ਨੇ ਸਾਡੀ ਉੱਥੇ ਜਾ ਕੇ ਸ਼ਿਕਾਇਤ ਕੀਤੀ, ਰਾਈਟ। ਹੁਣ ਪਲੀਜ਼ ਇਸ ਗੱਲ 'ਤੇ ਜਿਹੜਾ ਗੌਰ ਕਰਿਓ, ਇਸ ਗੱਲ 'ਤੇ ਗੌਰ ਕਰਿਓ। ਇਹਨਾਂ ਨੇ ਸਾਡੀ ਸ਼ਿਕਾਇਤ ਕੀਤੀ, ਯੂਨੀਵਰਸਿਟੀ ਨੇ ਸਾਨੂੰ 1/8 ਨੂੰ ਈਮੇਲ ਕੀਤੀ ਹੈ ਰਿਗਾਰਡਿੰਗ ਰਿਲੀਵਿੰਗ ਫਰਮ ਸਰਵਿਸਿਜ਼ ਆਫ ਸ਼੍ਰੀ ਲਖਵਿੰਦਰ ਭੌਰੀਵਾਲ, ਅਸਿਸਟੈਂਟ ਪ੍ਰੋਫੈਸਰ ਹਿਸਟਰੀ, ਮਨਜੀਤ ਕੌਰ, ਕੁਲਦੀਪ ਸਿੰਘ, ਪ੍ਰੋਫੈਸਰ ਇਨ ਪੰਜਾਬੀ। ਇਸ ਦੇ ਬਾਰੇ above mentioned assistant professors of your ਸ਼ੋਰਟ college, ਦੱਸ ਦਿਓ ਕੀ ਕਿਹਾ ਉਹਨਾਂ ਨੇ। ਹਾਂ ਮੈਂ ਦੱਸ ਦਿੰਦਾ। ਨਹੀਂ, ਸਭ ਤੋਂ ਜਿਹੜੀ ਵੱਡੀ ਗੱਲ ਤੁਹਾਨੂੰ ਸਮਝਣ ਵਾਲੀ ਹੈ ਨਾ, ਉਹਨਾਂ ਨੇ ਪਹਿਲੀ ਦੇਖੋ ਸਾਨੂੰ ਗੱਲ ਕੀ ਲਿਖੀ। ਉਹਨਾਂ ਨੇ ਪਹਿਲੀ ਲਿਖੀ ਹੈ on perusal of documents it has come to the notice of the university that the college has not followed proper procedure laid down in the PU calendar volume 1 page 172 regulation 9.1 reproduced below। ਉਹਨਾਂ ਨੇ ਥੱਲੇ ਆ ਕੋਟ ਕੀਤਾ, in case of removal, ਵੀ ਤੁਸੀਂ ਇਹਨੂੰ ਰਿਮੂਵ ਕਰਨ ਵਾਸਤੇ ਸਾਡਾ ਇਹ ਜਿਹੜਾ ਰੈਗੂਲੇਸ਼ਨ ਹੈ ਇਹਨੂੰ ਅਪਲਾਈ ਨਹੀਂ ਕੀਤਾ। ਯੂਨੀਵਰਸਿਟੀ ਕਹਿੰਦੀ ਹੈ ਨਾ, ਹੁਣ ਉਹ ਦੇਖ ਲਓ ਉਹ ਰੈਗੂਲੇਸ਼ਨ ਕੀ ਹੈ। subject to what is contained in regulation numbers 10, 11 and 12 in the governing body of the non-government college shall be entitled, the governing body of the non-government college shall be entitled to determine the engagement of a permanent employee for a sufficient cause after giving him 3 months notice in writing or on payment of 3 months salary in lieu thereof। ਉਹ ਕਹਿੰਦੇ ਤੁਸੀਂ ਇਹ ਲਾਗੂ ਨਹੀਂ ਕੀਤਾ। ਇਹ ਮਤਲਬ ਹੋ ਗਿਆ ਨਾ, ਅਸੀਂ ਕਹਿੰਦੇ ਅਸੀਂ ਇਹ ਲਾਗੂ ਕੀਤਾ। ਅਸੀਂ ਇਹ ਲਾਗੂ ਕਿਵੇਂ ਕੀਤਾ? ਅਸੀਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਲੈਟਰ ਦਿੱਤੀਆਂ ਉਹਦੀਆਂ ਰਿਲੀਵਿੰਗ ਦੀਆਂ, ਉਹਦੇ 'ਚ ਇਹਨਾਂ ਨੂੰ ਲਿਖਿਆ, ਕੁਲਦੀਪ ਸਿੰਘ, since there is no workload, your services are no longer required in the college. Your salary for the months of April, May, June and July 2023 amounting to rupees 3,08,032, white check number 174,412 dated 31/7/2023 is attached here with second para। 3 months salary in advance, ਜਿਹੜੀ ਉਹ ਆਇਤ ਕਹਿੰਦੇ ਪਏ ਨੇ ਕਿ ਤੁਸੀਂ ਇਹ ਰੂਲ ਫਾਲੋ ਨਹੀਂ ਕੀਤਾ। 3 months salary in advance amounting to ਇੰਨਾ 2,31,024, वाइड चेक नंबर 174,415 dated 31 in lieu of the notice period of 3 months is also attached herewith। ਅਸੀਂ ਨੋਟਿਸ ਪੀਰੀਅਡ ਦਾ ਵੀ 3 ਮਹੀਨੇ ਦਾ ਦੇਤਾ ਇਹਨਾਂ ਨੂੰ। You are required to hand over the charge fully in all respects and thereafter collect your checks from the office। ਠੀਕ ਹੈ ਜੀ। ਇਹਨਾਂ ਨੇ ਸਾਡੇ ਕੋਲੋਂ ਲੈਟਰ ਲੈ ਲਈ, ਠੀਕ ਹੈ, ਲੈਟਰ ਲੈ ਕੇ ਇਹਨਾਂ ਨੇ ਕੋਈ ਚਾਰਜ ਹੈਂਡ ਓਵਰ ਨਹੀਂ ਕੀਤਾ, ਚੁੱਪ ਕਰਕੇ ਕਾਲਜ ਚੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਕੋਈ ਉਹਨਾਂ ਨੂੰ ਲੈਟਰ ਦਿੱਤੀ ਜਦੋਂ ਯੂਨੀਵਰਸਿਟੀ ਗਏ ਵੀ ਤੁਸੀਂ ਕਾਲਜ ਜੁਆਇਨ ਕਰੋ? ਹਾਂ, ਇਹੋ ਲੈਟਰ ਹੈ ਨਾ। ਇਹਦੇ 'ਚ ਲਿਖਿਆ ਜੁਆਇਨ ਕਰਨ ਲਈ? ਨਹੀਂ, ਮੈਂ ਪੜ੍ਹਦਾ ਗੱਲ ਕਹਿ ਰਿਹਾ ਨਾ ਕਿ ਸਾਨੂੰ ਜੁਆਇਨ ਕਰਨ ਲਈ ਕਿਹਾ, ਅਸੀਂ ਕਾਲਜ ਵੀ ਗਏ ਆ। ਬਿਲਕੁਲ, ਅਸੀਂ ਉਹਨਾਂ ਨੂੰ ਯੂਨੀਵਰਸਿਟੀ ਨੂੰ ਜਵਾਬ ਦਿੱਤਾ, ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਇਸ ਗੱਲ ਕਰਕੇ ਸਾਨੂੰ ਲਿਖਤਾ ਹੈ ਕਿ ਐਕਸ਼ਨ ਟੇਕ non compliance of, you are advised not to take any adverse action against above mentioned assistant professors, they be treated not relieved till the university complete the inquiry in the case। ਹੁਣ ਯੂਨੀਵਰਸਿਟੀ ਦੀ ਇਨਕੁਆਇਰੀ ਅਸੀਂ ਕਾਗਜ਼ ਪੱਤਰ ਉਹਨਾਂ ਨੂੰ ਸਾਰੇ ਦੇ ਦਿੱਤੇ, ਠੀਕ ਹੈ। ਇਹ ਉਹਨਾਂ ਨੇ ਕੰਡੀਸ਼ਨ ਸਾਡੇ ਉੱਤੇ ਤਾਂ ਲਾਈ ਹੈ ਕਿਉਂਕਿ ਅਸੀਂ ਉਹਨਾਂ ਨੂੰ 3 ਮਹੀਨੇ ਦੀ ਸੈਲਰੀ ਇਨ ਆਫ ਨਹੀਂ ਦਿੱਤੀ। ਜੇ ਇਹ ਉੱਥੇ ਦੱਸ ਦੇ ਕਿ ਸਾਨੂੰ 3 ਮਹੀਨੇ ਦੀ ਸੈਲਰੀ ਉਹਨਾਂ ਨੇ ਦੇ ਦਿੱਤੀ ਤੇ ਯੂਨੀਵਰਸਿਟੀ ਨੇ ਇਹ ਲਾਈਨ ਨਹੀਂ ਸੀ ਲਿਖਣੀ। ਤੁਸੀਂ ਹੁਣ ਯੂਨੀਵਰਸਿਟੀ ਨੂੰ ਕਲੀਅਰ ਕਰ ਰਹੇ ਹੋ? ਅਸੀਂ ਯੂਨੀਵਰਸਿਟੀ ਨੂੰ, ਉਹਨਾਂ ਨੇ ਸਾਨੂੰ ਟਾਈਮ ਦਿੱਤਾ 1 ਦਿਨ ਦਾ। ਦੇਖੋ ਕਮਾਲ ਦੀ ਗੱਲ, ਸਾਡੀਆਂ ਚਿੱਠੀਆਂ 6-6 ਮਹੀਨੇ ਦੀਆਂ ਉੱਥੇ ਰੁਲਦੀਆਂ ਪਈਆਂ,
ਵੀ ਸਾਨੂੰ ਬਚਾਓ, ਸਾਡਾ ਦੇਖੋ ਹਾਲ ਕੀ ਬਣਦਾ ਪਿਆ ਇੱਥੇ, ਸਾਡੇ ਕੋਲ ਪੈਸੇ ਹੈ ਨਹੀਂ ਦੇਣ ਨੂੰ, ਕੋਈ ਪਰਵਾਹ ਨਹੀਂ ਕਰ ਰਿਹਾ, ਨੋਬਡੀ ਬਾਦਰਸ ਅਬਾਊਟ ਇਟ। ਹੁਣ ਯੂਨੀਵਰਸਿਟੀ ਦੀ ਕੋਈ ਮਜਬੂਰੀ ਹੈ ਆਪਣੀ, ਮੈਂ ਬੇਸਿਕਲੀ ਸਮਝਦਾ। ਉਹਨਾਂ ਨੇ 24 ਘੰਟੇ 'ਚ ਇਹਨਾਂ ਦੀ ਲੈਟਰ ਲੈ ਲਈ, 24 ਘੰਟੇ ਦੇ ਵਿੱਚ ਇਹਨਾਂ ਨੂੰ ਆਰਡਰ ਕਰਤਾ ਸਾਨੂੰ ਕਿ ਵੀ ਤੁਸੀਂ 2 ਤਰੀਕ ਤੱਕ ਜਵਾਬ ਦਿਓ, ਠੀਕ ਹੈ। ਐਕਸ਼ਨ ਟੇਕਨ ਔਨ ਦੀ ਅਡਵਾਈਸ ਐਕਸ਼ਨ ਵੀ ਸੈਂਟ ਟੂ ਦੀ ਆਫਿਸ ਆਫ ਦੀ ਡਿਪਟੀ ਰਜਿਸਟਰਾਰ ਕਾਲਜਸ ਪੋਜ਼ਿਟਿਵਲੀ ਬਾਈ 2/8/23। ਅਸੀਂ 2/8/23 ਨੂੰ ਸ਼ਾਮ ਨੂੰ ਇਹਨਾਂ ਨੂੰ ਜਵਾਬ ਦੇ ਦਿੱਤਾ, 2/8/23 ਨੂੰ ਯੂਨੀਵਰਸਿਟੀ ਨੂੰ ਜਵਾਬ ਦੇ ਦਿੱਤਾ। ਔਰ ਜਿਹੜੀਆਂ ਚੀਜ਼ਾਂ ਮੈਂਸ਼ਨ ਕਰਨੀਆਂ ਸੀਗੀਆਂ ਖਾਸ, ਉਹ ਬੋਲਡ ਲੈਟਰ 'ਚ ਕਰਕੇ ਦੇ ਦਿੱਤੀਆਂ, ਕੋਈ ਵੀ ਇਹ 'ਚ ਗੱਲ ਨਹੀਂ ਛਪਾਈ, ਠੀਕ ਹੈ। ਔਰ ਉਹ ਜਵਾਬ ਦਾ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਜਵਾਬ ਚਲਾ ਗਿਆ। ਹਾਈ ਤੱਕ 2 ਤਰੀਕ ਨੂੰ ਜੋ ਅਸੀਂ ਜਵਾਬ ਦਿੱਤਾ, ਉਹਨਾਂ ਦੇ ਸਾਨੂੰ ਕੋਈ ਲੈਟਰ ਨਹੀਂ ਹੈ। ਵੀ ਹੈਵ ਨਾਟ ਰਿਸੀਵਡ ਐਨੀ ਲੈਟਰ ਸੋ ਫਾਰ। ਸੋ ਵੀ 100% ਫੀਲ ਦੈਟ ਵੀ ਆਰ ਵੈਲ ਵਿਦਿਨ ਆਵਰ ਰਾਈਟਸ। ਕੋਈ ਅੱਛਾ ਮਤਲਬ ਰਾਈਟ ਸਾਡਾ ਨਹੀਂ ਹੈ, ਪਰ ਅਸੀਂ ਕਰ ਨਹੀਂ, ਅਸੀਂ ਮਜਬੂਰ ਹਾਂ। ਵੀ ਆਰ ਬੇਸਿਕਲੀ ਹੈਲਪਲੈਸ। It is a case of trying to save other 80 persons working in the college, or for these few people, 3 or 4 or 5 people, whatever they are, right? Closing the entire institution. The managing committee will definitely go all out to save this 100 years old institution. I have been a student of this institution. मैं इस कॉलेज का पढ़िया होया, BA मैं इतों की है। ਸਾਡੇ ਜ਼ਮਾਨੇ 'ਚ ਇੱਥੇ MA ਨਹੀਂ ਸੀ ਹੁੰਦੀ। ਮੈਨੂੰ ਪਤਾ ਮੇਰੇ ਫਾਦਰ ਨੇ ਮੈਨੂੰ ਕਿਵੇਂ ਚੰਡੀਗੜ੍ਹ ਭੇਜਿਆ ਅਤੇ ਕਿਵੇਂ ਮੇਰੇ MA 'ਤੇ ਪੈਸੇ ਲਗਾਏ ਉਹਨਾਂ ਨੇ। ਔਰ ਅਸੀਂ ਇਸ ਗੱਲ 'ਤੇ ਤਿਆਰ ਹਾਂ ਕਿ ਅਸੀਂ ਵਿਲ ਗੋ ਆਲ ਆਊਟ ਟੂ ਸੇਵ ਦਿਸ ਇੰਸਟੀਟਿਊਸ਼ਨ। ਮੇਰੀ ਬੇਨਤੀ ਹੈ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਪਲੀਜ਼ ਇਹਨਾਂ ਨੂੰ ਸਮਝਾਓ, ਇਹਨਾਂ ਨੂੰ ਕਹੋ ਕਿ ਵੀ ਇਹਨਾਂ ਅੱਛਾ ਇਹ ਮਿਹਨਤ ਤੇ ਕਰਨ, ਇਹ ਮਿਹਨਤ ਕਰਨ। ਅੱਜ ਇਹ ਰਿਲੀਵ ਹੋ ਗਏ ਆ, ਮੈਂ ਹਜੇ ਮੈਨੇਜਿੰਗ ਕਮੇਟੀ ਨਾਲ ਗੱਲ ਨਹੀਂ ਕੀਤੀ, ਨਾ ਮੈਂ ਇਸ ਪੋਜੀਸ਼ਨ 'ਚ ਆ ਕਿ ਮੈਂ ਉਹਨਾਂ ਨੂੰ ਕੋਈ ਡਿਕਟੇਟ ਕਰ ਸਕਾਂ। ਲੇਕਿਨ ਕਿਉਂਕਿ ਮੈਂ ਖੁਦ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਵਿੱਚ ਬੜਾ ਕੰਮ ਕੀਤਾ, ਠੀਕ ਹੈ, ਅਹੁਦੇਦਾਰ ਵੀ ਰਿਹਾ ਵਾਂ। ਇਸ ਕਰਕੇ ਮੈਂ ਡੈਫੀਨੇਟਲੀ ਇਹ ਕੋਸ਼ਿਸ਼ ਕਰਾਂਗਾ ਕਿ ਦੁਬਾਰਾ ਕਿਤੇ ਇਹਨਾਂ ਦਾ ਕੰਮ ਬਣਦਾ ਹੋਏਗਾ, ਅਸੀਂ ਇਹਨਾਂ ਨੂੰ ਚਾਂਸ ਜ਼ਰੂਰ ਦਿਆਂਗੇ।